Good morning to all students. Welcome to Bala's Education Point. ਬੇਟੇ ਜਦ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਪੰਜਾਬ ਗਵਰਨਮੈਂਟ ਕੰਪਨੀ ਤੋਂ ਟੋਟਲ 12,772 ਪੋਸਟਾਂ ਜੋ ਮਾਸਟਰ ਕੈਡਰ ਦੀਆਂ ਅਨਾਉਂਸ ਹੋਣੀਆਂ ਸੀ, ਠੀਕ ਹੈ, ਜਿਹਦੇ ਵਿੱਚੋਂ ਆਪਣੀਆਂ ਪੀਟੀਆਈ ਦੀਆਂ 2000 ਪਲੱਸ ਆਈ ਮੀਨ ਟੂ ਸੇ 2000 ਤੋਂ ਉੱਪਰ ਵੈਕੈਂਸੀ ਡੈਕਲੇਰੇਸ਼ਨ ਹੈ ਬਾਕੀ ਹੈ। ਮਤਲਬ ਕਿ ਇੰਨੀ ਪੋਸਟ 2000 ਤਾਂ ਨਿਕਲਣਗੀਆਂ, ਬਟ ਉਸ ਤੋਂ ਵੱਧ ਵੀ ਹੋ ਸਕਦੀਆਂ ਨੇ। ਸਾਡੀ ਬਾਲਾ ਐਜੂਕੇਸ਼ਨ ਪੁਆਇੰਟ ਦੀਆਂ ਐਪ ਦੇ ਉੱਤੇ ਲਾਈਵ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ ਫਿਜ਼ੀਕਲ ਐਜੂਕੇਸ਼ਨ ਦੀਆਂ, ਠੀਕ ਹੈ, ਜਿਸ ਦੇ ਵਿੱਚੋਂ ਸਾਡੀ ਅੱਜ MCQ ਸਪੇਸ ਤੇ ਅੱਜ 6ਵੀਂ ਕਲਾਸ ਹੈ, ਠੀਕ ਹੈ, ਜਿਹਦੇ ਵਿੱਚੋਂ ਸਾਈਕੋਲੋਜੀ ਦਾ ਕੁਝ ਪਾਰਟ ਮੈਨੇ ਆਪਣੀ 5th ਵੀਡੀਓ ਦੇ ਵਿੱਚ ਕੰਪਲੀਟ ਕੀਤਾ ਸੀ। ਉਹ ਅੱਜ ਸਾਈਕੋਲੋਜੀ ਦਾ ਲਾਸਟ ਕਲਾਸ ਹੈ ਜੋ 6th ਵੀਡੀਓ ਨੇ ਤੁਹਾਡੇ ਆਪਣੇ ਆਪ ਕੰਪਲੀਟ ਕਰ ਰਹੇ ਹਾਂ। ਕੱਲ ਇਸੇ ਦੇ ਨਾਲ ਕੱਲ ਸਪੋਰਟਸ ਸਾਈਕੋਲੋਜੀ ਦੇ ਤੁਹਾਨੂੰ ਕੁਐਸਚਨਸ ਮਿਲਣਗੇ। ਕੱਲ ਇਸ ਦੇ ਨਾਲ ਆਪਣੇ MCQs ਨੂੰ ਕਵਰ ਕਰਦੇ ਜਾਵਾਂਗੇ। ਲਾਈਵ ਕਲਾਸਿਸ ਦੀ ਹੁਣ ਗੱਲ ਕਰਦੇ ਹੋਏ ਆ ਤਾਂ ਲਾਈਵ ਕਲਾਸਿਸ ਦੀ ਟੋਟਲ ਜਿਹੜੀ ਫੀਸ ਹੈ ਤੁਹਾਡੀ ਆਪਣੀ ਉਹ 2500 ਦੀ ਹੈ, ਜਿਹਦੇ ਵਿੱਚ ਤੁਹਾਨੂੰ ਟੋਟਲ ਆਪਣੀਆਂ ਸਾਰੀ ਸਿਲੇਬਸ ਦੇ ਅਕੋਰਡਿੰਗ ਜਦੋਂ ਤੱਕ ਸਿਲੇਬਸ ਨਹੀਂ ਹਜੇ ਆਊਟ ਹੁੰਦਾ ਤਾਂ ਜਿਹੜੇ ਟੌਪਿਕ ਮੇਨ ਟੌਪਿਕਸ ਜੋ ਤੁਹਾਡੇ ਆਪਣੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਆਉਂਦੇ ਨੇ ਉਸ ਰਿਲੇਟਿਡ ਲਾਈਵ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ, ਠੀਕ ਹੈ, ਜਿਹਦੇ ਵਿੱਚ ਬੱਚੇ ਨੂੰ ਸਟੂਡੈਂਟਸ ਨੂੰ ਟੋਟਲ ਕੀ ਮਿਲੇਗਾ, PDF ਮਿਲਣਗੀਆਂ ਪਲੱਸ ਬੱਚੇ ਨੂੰ ਲਾਈਵ ਕਲਾਸਿਸ ਮਿਲਣਗੀਆਂ, ਠੀਕ ਹੈ ਜੀ, ਲਾਈਵ ਕਲਾਸਿਸ ਮਿਲਣਗੀਆਂ। ਲਾਈਵ ਕਲਾਸਿਸ ਦੇ ਨਾਲ ਕਈ ਬੱਚੇ ਹੁੰਦੇ ਨੇ ਜੋ ਵਰਕਿੰਗ ਹੁੰਦੇ ਨੇ, ਜੋ ਈਵਨ ਕਿ ਲਾਈਵ ਕਲਾਸਿਸ ਦੇ ਨਾਲ ਸਾਨੂੰ ਅਟੈਂਡ ਨਹੀਂ ਕਰ ਪਾਉਂਦੇ ਐਕਸੈਪਟ ਸੰਡੇ ਔਰ ਸੈਟਰਡੇ, ਠੀਕ ਹੈ, ਤਾਂ ਉਹ ਸਾਡੇ ਰਿਕਾਰਡਡ ਲੈਕਚਰ ਦੇਖ ਸਕਦੇ ਨੇ। ਇਹ ਜੋ ਲਾਈਵ ਕਲਾਸਿਸ ਨੇ ਉਹਨਾਂ ਨੂੰ ਐਪ ਦੇ ਵਿੱਚ ਹੀ ਮਿਲਣਗੀਆਂ, ਔਰ ਜਿਹੜੀ ਲਾਈਵ ਕਲਾਸਿਸ ਆ ਰਿਕਾਰਡਡ ਕਲਾਸਿਸ ਨੇ ਉਹ ਵੀ ਸਾਨੂੰ ਉਹਨਾਂ ਨੂੰ ਕਿਹਦੇ ਵਿੱਚ ਮਿਲਣਗੀਆਂ, ਰਿਕਾਰਡਡ ਕਲਾਸਿਸ ਵਿੱਚ ਮਿਲਣਗੀਆਂ। ਪਲੱਸ ਜਿਸ ਦੇ ਨਾਲ ਤੁਹਾਨੂੰ ਟੋਟਲ MCQs ਜੋ ਤੁਹਾਡੇ ਸਾਹਮਣੇ YouTube ਦੇ ਉੱਤੇ ਆਲਰੇਡੀ ਪੋਸਟ ਕਰ ਦਿੱਤੇ ਗਏ ਸੀ ਲੈਕਚਰਸ, ਉਹ ਮਤਲਬ ਕਿ ਟੋਟਲ MCQs ਵੀ ਮਿਲਣਗੇ। ਪਲੱਸ ਨਾਲ ਤੁਹਾਨੂੰ 1000 ਪਲੱਸ ਦੇ ਕਰੀਬ ਤੁਹਾਨੂੰ ਆਪਣੀ ਟੈਸਟ ਸੀਰੀਜ਼ ਮਿਲੇਗੀ ਜੋ ਇੱਕ ਲੈਕਚਰ ਦੇ ਬੇਸ 'ਤੇ ਹੋਏਗੀ। ਇਹ ਧਿਆਨ ਰੱਖਣਾ ਕਿਉਂਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੈਕੈਂਸੀਜ਼ ਘੱਟ ਹੁੰਦੀਆਂ ਨੇ ਲੇਕਿਨ ਭਰਨ ਵਾਲੇ ਬੱਚੇ ਬਹੁਤ ਜ਼ਿਆਦਾ ਹੁੰਦੇ ਨੇ, ਸਿਲੇਬਸ ਵੀ ਬਹੁਤ ਘੱਟ ਹੁੰਦਾ ਹੈ, ਇਸ ਕਰਕੇ ਤੁਹਾਡੀ ਗੱਲ ਕਰਦਾ, ਇਸ ਕਰਕੇ ਇੱਕ ਲੈਕਚਰ ਦੀ 1000 ਸੀਰੀਜ਼ ਰੱਖੀ ਜਾਣਗੀਆਂ ਇਸ ਬੇਸ 'ਤੇ। ਨਾਲ ਹੀ ਇੱਕ ਦੂਜੀ ਗੱਲ ਕਹਿਣਾ ਚਾਹੂੰਗਾ, ਜੋ ਸਾਡੀ ਲਾਈਵ ਕਲਾਸਿਸ ਚੱਲਦੀ ਪਈਆਂ ਨੇ ਉਸ ਬੇਸ ਦੇ ਅਕੋਰਡਿੰਗ ਬੱਚੇ ਨੂੰ ਇੱਕ ਪਰਟੀਕੂਲਰ PDF ਦੇ ਨਾਲ ਪ੍ਰੋਪਰ ਸਬਜੈਕਟ ਔਰ ਟੌਪਿਕ ਦੇ ਨਾਲ ਜੋ PDF ਹੈ ਉਹਦੇ ਨਾਲ ਹੀ ਉਸ ਬੱਚੇ ਨੂੰ ਅਸੀਂ MCQs ਵੀ ਫਲੋਟ ਕਰ ਰਹੇ ਹਾਂ, ਦੇ ਰਹੇ ਹਾਂ, ਤਾਂ ਕਿ ਬੱਚਾ ਆਪਣੀ MCQs ਵੀ ਦੇਖ ਸਕੇ ਔਰ PDF ਲੈਕਚਰ ਨੂੰ ਵੀ ਆਪਣਾ ਰਿਵਾਈਜ਼ ਕਰ ਸਕੇ। ਇਹ PDF ਸਾਨੂੰ ਐਪ ਦੇ ਉੱਤੇ ਮਿਲਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਜਿਸ ਬੱਚੇ ਨੇ ਇਸ PDF ਨੂੰ ਸਾਡੇ ਕੰਨੀ ਤੋਂ ਵੀ ਲੈਣੇ ਨੇ, ਮਤਲਬ ਹਾਰਡ ਕਾਪੀਜ਼ ਵੀ ਲੈਣੀਆਂ ਨੇ, ਤਾਂ ਉਹ ਵੀ ਸਾਡੇ ਪਾਸ ਅਵੇਲੇਬਲ ਹੋਣਗੀਆਂ, ਠੀਕ ਹੈ ਜੀ। ਬਾਲਾ ਜੀ ਐਜੂਕੇਸ਼ਨ ਪੁਆਇੰਟ ਦੇ ਉੱਤੇ ਤੁਹਾਨੂੰ ਐਪ ਪਹਿਲਾਂ ਪਰਚੇਜ਼ ਕਰਨੀ ਪਏਗੀ ਜਿਹਦੀ ਫੀਸ ਕੀ ਹੈ 2500 ਦੀ ਹੈ, ਜਿਵੇਂ ਆਲਰੇਡੀ ਮੈਂ ਪਹਿਲਾਂ ਦੱਸ ਚੁੱਕਿਆ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਸਾਰੀ ਲਾਈਵ ਕਲਾਸਿਸ ਮਿਲਣਗੀਆਂ, ਰਿਕਾਰਡਡ ਲੈਕਚਰਸ ਮਿਲਣਗੇ, ਟੈਸਟ ਸੀਰੀਜ਼ ਮਿਲ ਜਾਏਗੀ ਤੁਹਾਡੇ ਔਰ MCQs ਮਿਲਣਗੇ, ਠੀਕ ਹੈ। ਹਾਂਜੀ, ਅੱਜ ਦਾ ਲੈਕਚਰ ਜੋ ਤੁਹਾਡੇ ਨਾਲ 5th ਵੀਡੀਓ ਦੇ ਵਿੱਚ ਸਟਾਰਟ ਕੀਤਾ ਸੀ ਉਹ ਲੈਕਚਰ ਸੀ ਸਾਈਕੋਲੋਜੀ ਦਾ, ਜਿਹਦੇ ਕੁਝ ਇੰਪੋਰਟੈਂਟ ਐਸਪੈਕਟਸ ਕੀਤੇ ਸੀ, ਥੀਰੀਜ਼ ਕੀਤੀ ਸੀ, ਠੀਕ ਹੈ, ਪ੍ਰੈਗਮੈਟਿਜ਼ਮ ਕੀ ਹੁੰਦਾ ਹੈ, ਆਈਡੀਜ਼ਮਸ ਕੀ ਹੁੰਦੀਆਂ ਨੇ, ਇਹ ਕਿਹਨਾਂ ਦੁਆਰਾ ਕੀਤਾ ਗਿਆ, ਸੁਕਰਾਤ ਹੋ ਗਿਆ, ਅਰਿਸਤੋ ਹੋ ਗਿਆ, ਪਲੇਟੋ ਹੋ ਗਿਆ, ਠੀਕ ਹੈ, ਇਹ ਕੁਝ ਚੀਜ਼ਾਂ ਕਵਰ ਕੀਤੀਆਂ ਸੀ। ਅੱਜ ਜੋ ਮਾਡਰਨ ਕਨਸੈਪਟ ਹੈ ਸਾਈਕੋਲੋਜੀ ਦਾ, ਠੀਕ ਹੈ, ਸਾਈਕੋਲੋਜੀ ਦੇ ਮਾਡਰਨ ਕਨਸੈਪਟ ਦੇ ਅਕੋਰਡਿੰਗ ਤੁਹਾਨੂੰ ਅੱਗੇ ਲੈ ਕੇ ਜਾ ਰਿਹਾ। ਮਾਡਰਨ ਕਨਸੈਪਟ ਮਤਲਬ ਕੀ ਹੈ ਕਿ ਅੱਜ ਜੋ ਬੱਚੇ ਨੇ ਉਹਨਾਂ ਦੀ ਗਰੋਥ, ਉਹਨਾਂ ਦੀ ਸੋਚ ਦੀ, ਉਹਨਾਂ ਦੀ ਇੰਟੈਕਚੁਅਲ ਇੰਪਾਵਰਮੈਂਟ, ਉਹਨਾਂ ਦੀ ਮੈਂਟਲ ਐਬਿਲਿਟੀ, ਉਹਨਾਂ ਦੀ ਗਰੋਥ ਕਿਸ ਤਰ੍ਹਾਂ ਦੇਖੀ ਜਾਏਗੀ ਉਹਦੀ ਚੀਜ਼ ਦੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ। ਜਿਵੇਂ ਕਿ ਸਕਰੀਨ ਉੱਤੇ ਪਹਿਲਾ ਹੀ ਕੁਐਸਚਨ ਹੈ, ਵਾਟ ਇਜ਼ ਦਾ ਮੀਨਿੰਗ ਆਫ ਏਜ ਅਕੋਰਡਿੰਗ ਟੂ ਕ੍ਰੋਨੋਲੋਜੀ। ਮਤਲਬ ਕੀ ਹੈ, ਅਗਰ ਕ੍ਰੋਨੋਲੋਜੀ ਤੋਂ ਮਤਲਬ ਹੁੰਦਾ ਇੱਕ ਕਾਰਾ ਵਿਧੀ ਦੇ ਨਾਲ ਚੱਲ ਸਕੀਏ, ਲੜੀ ਵਾਈਜ਼ ਚੱਲੀਏ, ਤਾਂ ਸਭ ਤੋਂ ਪਹਿਲਾਂ ਏਜ ਦਾ ਮਤਲਬ ਕੀ ਹੋਊਗਾ। ਏਜ ਮਤਲਬ ਪਹਿਲਾਂ ਸਾਲ ਦੇ ਵਿੱਚ ਕਿਹੜੀ ਚੀਜ਼ਾਂ ਰੱਖੀ ਜਾਂਦੀਆਂ ਨੇ, ਜਾਂ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਕਿਹੜੀ ਚ ਮੇਨ ਨਮੂਨੇ ਕੰਨੀ ਤੋਂ ਰੱਖੀ ਜਾਂਦੀ ਹੈ। ਜਿਵੇਂ ਕਿ ਫਸਟ ਆਪਸ਼ਨ ਹੈ, ਇੱਕ ਕ੍ਰੋਨੋਲੋਜੀਕਲ ਏਜ ਦੀ ਗੱਲ ਕਰ ਰਹੇ ਹਾਂ ਕਿਹਦੇ ਅਕੋਰਡਿੰਗ, ਏਜ ਦੇ ਅਕੋਰਡਿੰਗ। ਇੱਕ ਉਮਰ ਦੀ ਗੱਲ ਕਰ ਰਹੇ ਹਾਂ ਕਾਰਜ ਵਿਧੀ ਦੇ ਅਕੋਰਡਿੰਗ, ਮਤਲਬ ਕਾਲ ਚੱਕਰ ਕਿਸ ਤਰ੍ਹਾਂ ਚੱਲਦਾ ਇੱਕ ਉਮਰ ਦਾ। ਡਿਟਰਮੀਨੇਸ਼ਨ ਆਫ ਏਜ, ਅਗਰ ਅਸੀਂ ਏਜ ਦੀ ਗੱਲ ਕਰੀਏ ਤਾਂ ਏਜ ਕਿਸ ਤਰ੍ਹਾਂ ਹੋਏਗੀ, ਸਭ ਤੋਂ ਪਹਿਲਾਂ ਸਾਲ ਦੇਖੇ ਜਾਂਦੇ ਨੇ, ਫਿਰ ਮਹੀਨੇ ਦੇਖੇ ਜਾਂਦੇ ਨੇ, ਜਾਂ ਫਿਰ ਕੀ ਦੇਖੇ ਜਾਂਦੇ ਨੇ, ਦਿਨ ਦੇਖੇ ਜਾਂਦੇ ਨੇ, ਇਸ ਤਰ੍ਹਾਂ ਇੱਕ ਉਮਰ ਪੂਰੀ ਹੁੰਦੀ ਹੈ। ਇੱਕ ਆਪਸ਼ਨ ਦੇ ਅਕੋਰਡਿੰਗ ਡਿਟਰਮੀਨੇਸ਼ਨ ਆਫ ਬੋਨਸ ਐਂਡ ਟੀਥ, ਜਾਂ ਤਾਂ ਹੱਡੀਆਂ ਦੇ ਨਾਲ ਜਾਂ ਫਿਰ ਦੰਦਾਂ ਦੇ ਨਾਲ ਏਜ ਦੇਖੀ ਜਾਂਦੀ ਹੈ, ਜਾਂ ਸਾਈਨ ਆਫ ਯੂਥ ਮਤਲਬ ਜਵਾਨੀ ਦੇ ਦਿਨਾਂ ਕਰਕੇ ਦੇਖੀ ਜਾਂਦੀ ਹੈ। ਇੱਕ ਬੰਦੇ ਨੇ ਇੰਟੈਲੀਜੈਂਟ ਟੈਸਟ ਕਰਕੇ ਦੇਖੀ ਜਾਂਦੀ ਹੈ। ਤਾਂ ਓਬਵੀਅਸਲੀ ਜਿਹੜਾ ਏਜ ਫੈਕਟਰ ਹੈ ਔਰ ਲਿਵਿੰਗ ਆਰਗੈਨਿਜ਼ਮ ਦੇ ਅਕੋਰਡਿੰਗ ਦੇਖਿਆ ਜਾਵੇ, ਨਾ ਹੀ ਉਸੇ ਬੋਨਸ ਆਉਂਦੀਆਂ ਨਾ ਟੀਥ ਆਉਂਦੇ,
ਨਾ ਯੂਥ ਆਉਂਦੀ ਨਾ ਇੰਟੈਲੀਜੈਂਸ ਟੈਸਟ ਆਉਂਦੇ। ਤਾਂ ਆਉਂਦਾ ਕੀ ਹੈ, ਜਿਹੜੀ ਉਮਰ ਮੇਜ਼ਰ ਕੀਤੀ ਜਾਂਦੀ ਹੈ, ਮਾਪੀ ਜਾਂਦੀ ਹੈ, ਉਹ ਇੱਕ ਈਅਰ ਦੇ ਅਕੋਰਡਿੰਗ, ਮੰਥ ਦੇ ਅਕੋਰਡਿੰਗ ਔਰ ਡੇ ਦੇ ਅਕੋਰਡਿੰਗ ਹੈ। ਠੀਕ ਹੈ, ਧਿਆਨ ਰੱਖਣਾ। ਜਿਵੇਂ ਕਿ ਸਾਡੀ ਆਪਸ਼ਨ ਆਉਂਦੀ ਹੈ, ਫਸਟ ਆਪਸ਼ਨ ਹੈ ਦੈਟਸ ਦ ਡਿਟਰਮੀਨੇਸ਼ਨ ਆਫ ਏਜ ਇਨ ਅ ਈਅਰ, ਮੰਥ ਐਂਡ ਅ ਡੇ। ਠੀਕ ਹੈ, ਬਹੁਤ ਇੰਪੋਰਟੈਂਟ ਕੰਸੈਪਟ ਕਰਵਾਉਣ ਜਾ ਰਹੇ ਫਿਜ਼ਿਕਲ ਸਾਈਕੋਲੋਜੀ ਦੇ। ਅਗਰ ਕਿਸੇ ਬੱਚੇ ਨੂੰ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਇਸ ਨੰਬਰ ਦੇ ਉੱਤੇ ਆਪਣੇ ਆਪ ਨੂੰ ਕੋਈ ਵੀ ਡਾਊਟ ਹੈ ਤਾਂ ਕਲੀਅਰ ਕਰ ਸਕਦਾ ਹੈ। ਦੇ ਕੰਟੈਕਟ ਨੰਬਰ ਇਜ਼ ਦੈਟ 9646810103। ਵੈਸੇ ਵੀ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਪਾਲਾ ਐਜੂਕੇਸ਼ਨ ਪੁਆਇੰਟ ਦਾ ਟੈਲੀਗ੍ਰਾਮ ਗਰੁੱਪ ਵੀ ਮਿਲ ਜਾਏਗਾ, ਔਰ ਤੁਹਾਡਾ ਆਪਣਾ ਫਿਜ਼ੀਕਲ ਦਾ WhatsApp ਦਾ ਅਲੱਗ ਗਰੁੱਪ ਬਣਾ ਰੱਖਿਆ, ਉਹਦੇ ਵਿੱਚ ਤੁਹਾਨੂੰ ਹਰੇਕ ਡਾਊਟ ਜਾਂ ਈਵਨ ਕਿ ਜੋ ਵੀ ਕਲਾਸਿਸ ਸਾਡੀ ਰੋਜ਼ ਦੀ ਹੁੰਦੀਆਂ ਨੇ ਐਜ਼ ਅ ਸੈਂਪਲ ਦੇ ਤੌਰ 'ਤੇ, ਡੈਮੋ ਦੇ ਤੌਰ 'ਤੇ ਤੁਹਾਨੂੰ ਉਹਦੇ ਵਿੱਚ ਮਿਲ ਜਾਣਗੀਆਂ। ਉਸ ਗਰੁੱਪ ਨੂੰ ਵੱਧ ਤੋਂ ਵੱਧ ਜੁਆਇਨ ਕਰ ਸਕਦੇ ਹੋ ਤਾਂ ਕਿ ਅਗਰ ਕੋਈ ਵੀ ਤੁਹਾਡੀ ਡਾਊਟ ਹੈ ਤਾਂ ਉਸ ਨੂੰ ਕਲੀਅਰ ਕੀਤਾ ਜਾ ਸਕੇ। ਠੀਕ ਹੈ ਜੀ। ਕੁਐਸਚਨ ਨੰਬਰ 2, ਦ ਏਜ ਆਫ 8 years of growth and development is called। ਮਤਲਬ ਕੀ ਹੈ, ਜਿਸ ਬੱਚੇ ਦੀ ਉਮਰ 8 ਸਾਲ ਦੀ ਹੁੰਦੀ ਹੈ ਉਸ ਰਿਲੇਟਿਡ ਇੱਕ ਗਰੋਥ ਔਰ ਡਿਵੈਲਪਮੈਂਟ ਕੀ ਹੋਏਗੀ। ਫਸਟ ਹੈ ਇਨਫੈਂਸੀ ਉਮਰ, ਠੀਕ ਹੈ, ਸੈਕਿੰਡ ਹੈ ਚਾਈਲਡਹੁੱਡ, ਥਰਡ ਹੈ ਅਡਲਟਹੁੱਡ, ਜਾਂ ਫਿਰ ਡੀ ਹੈ ਤੁਹਾਡਾ ਨਨ ਆਫ ਦੀਜ਼। ਤੇ ਧਿਆਨ ਰੱਖਣਾ, ਜਿਹੜੀ ਇਨਫੈਂਸੀ ਪੀਰੀਅਡ ਹੁੰਦਾ ਹੈ ਉਹ 0 ਤੋਂ ਲੈ ਕੇ ਸਿਰਫ ਔਰ ਸਿਰਫ 2 ਸਾਲ ਦਾ ਹੁੰਦਾ ਹੈ। ਕਈ ਸਾਈਕੋਲੋਜਿਸਟ ਥਿੰਕਰਸ ਕਹਿੰਦੇ ਨੇ ਵੀ 1 ਸਾਲ ਦੀ ਹੁੰਦੀ ਹੈ, ਲੇਕਿਨ ਨਹੀਂ, ਇਨਫੈਂਸੀ ਪੀਰੀਅਡ ਅਸੀਂ 0 ਤੋਂ ਲੈ ਕੇ 2 ਸਾਲ ਦੀ ਲੈ ਕੇ ਚੱਲਦੇ ਹਾਂ। ਠੀਕ ਹੈ, ਧਿਆਨ ਰੱਖਣਾ। ਔਰ ਜਿਹੜਾ ਚਾਈਲਡਹੁੱਡ ਪੀਰੀਅਡ ਹੁੰਦਾ ਤੁਹਾਡਾ ਆਪਣਾ, ਉਸ ਤੋਂ ਬਾਅਦ ਸਟਾਰਟ ਹੋ ਜਾਂਦਾ, ਯਾਨੀ ਕਿ 2 ਸਾਲ ਤੋਂ ਬਾਅਦ ਟਿਲ ਇਹ ਰਹਿੰਦਾ ਤੁਹਾਡਾ ਆਪਣਾ 15 ਸਾਲ ਵੀ ਰਹਿੰਦਾ, 11 ਸਾਲ ਵੀ ਰਹਿੰਦਾ, 10 ਸਾਲ ਵੀ ਮੰਨਦੇ ਨੇ। ਆਪਸ਼ਨ ਦੇ ਅਕੋਰਡਿੰਗ ਪਤਾ ਲੱਗ ਸਕਦਾ ਤੁਹਾਨੂੰ, ਬਟ ਧਿਆਨ ਰੱਖਣਾ ਇਨਫੈਂਸੀ ਪੀਰੀਅਡ ਹਮੇਸ਼ਾ ਕਿਹੜੇ ਸਾਲ ਦਾ ਹੁੰਦਾ ਹੈ, 0 ਤੋਂ ਲੈ ਕੇ 2 ਸਾਲ ਤੱਕ ਦਾ ਹੀ ਰੱਖਿਆ ਜਾਂਦਾ। ਲੇਕਿਨ ਜਿਹੜੀ ਸਾਡੀ ਕੁਐਸਚਨ ਦੇ ਅਕੋਰਡਿੰਗ ਪੁੱਛਿਆ ਕਿ ਗਿਆ ਹੈ, ਇੱਕ ਬੱਚੇ ਦੀ 8 ਸਾਲ ਦੀ ਉਮਰ ਦੀ ਗਰੋਥ ਔਰ ਡਿਵੈਲਪਮੈਂਟ ਨੂੰ ਕਿਹੜੀ ਉਮਰ ਬੋਲਦੇ ਹਾਂ ਅਸੀਂ, ਚਾਈਲਡਹੁੱਡ ਏਜ ਬੋਲਦੇ ਹਾਂ। ਮੋਸਟ ਇੰਪੋਰਟੈਂਟ ਨੈਕਸਟ ਕੁਐਸਚਨ, ਸੈਗਮੈਂਟ ਫਰੌਂਡ ਇਜ਼ ਕਾਲਡ ਦ ਫਾਦਰ ਆਫ ਵਨ ਆਫ ਦੀ ਫੋਲੋਇੰਗ ਥਿਊਰੀਜ਼। ਕਹਿੰਦਾ ਕੀ ਹੈ, ਜੋ ਸੈਗਮੈਂਟ ਫਰੌਂਡ ਸੀ ਉਹ ਪ੍ਰਪਾਊਂਡਰ ਸੀ, ਉਹ ਪਿਤਾ ਸੀਗੇ ਨੀਚੇ ਦਿੱਤੀ ਹੋਈ ਥਿਊਰੀਜ਼ ਦੇ। ਉਹਦੇ ਵਿੱਚ ਕਿਹਨਾਂ ਦੇ ਇੱਕ ਦੇ ਸੀਗੇ। ਤੁਹਾਨੂੰ ਯਾਦ ਹੋਵੇ ਤਾਂ ਮੈंने ਆਪਣੀ 5th ਵੀਡੀਓ ਦੇ ਵਿੱਚ ਤੁਹਾਨੂੰ ਕਰਵਾਇਆ ਸੀ ਜਿਹਦੇ ਅੱਗੇ ਸਾਈਕੋ ਵਰਡ ਆ ਗਿਆ। ਠੀਕ ਹੈ, ਇਹ ਧਿਆਨ ਰੱਖਣਾ, ਟ੍ਰਿਕ ਹੈ। ਜਿਹੜੇ ਵਰਡ ਦੇ ਉੱਤੇ ਸਾਈਕੋ ਵਰਡ ਆ ਗਿਆ ਉਹੀ ਸੈਗਮੈਂਟ ਫਰੌਂਡ ਉਸਤੇ ਕੀ ਹੋ ਜਾਣਗੇ, ਤੁਹਾਡੇ ਆਪਣੇ ਫਾਦਰ। ਇਹ ਧਿਆਨ ਰੱਖਿਓ, ਚਾਹੇ ਮਾਡਰਨ ਕੰਸੈਪਟ ਦਾ ਪੁੱਛ ਲੈ ਸਾਈਕੋ ਦਾ ਜਾਂ ਸਿੰਪਲ ਸਾਈਕੋਲੋਜਿਸਟ ਦਾ ਪੁੱਛ ਲੈ, ਤਾਂ ਸੈਗਮੈਂਟ ਫਰੌਂਡ ਇਜ਼ ਦ ਫਾਦਰ ਆਫ ਦੀ ਥਿਓਰੀ ਆਫ ਸਾਈਕੋ ਐਨਾਲਾਈਸਿਸ। ਇਹ ਧਿਆਨ ਰੱਖਣਾ, ਸਾਈਕੋ ਐਨਾਲਾਈਸਿਸ ਦੇ ਪ੍ਰਪਾਊਂਡਰ ਕੌਣ ਸੀਗੇ, ਫਾਦਰ ਕੌਣ ਸੀ, ਸੈਗਮੈਂਟ ਫਰੌਂਡ ਸੀਗੇ। ਉਸ ਤੋਂ ਬਾਅਦ ਕੁਐਸਚਨ ਨੰਬਰ 4 ਤੁਹਾਡੇ ਸਾਹਮਣੇ ਨੀਚੇ ਕੁਐਸਚਨ ਕੀ ਕਹਿੰਦਾ ਕੀ ਹੈ, ਚੂਜ਼ ਦੀ ਕਰੈਕਟ ਸੀਕੁਐਂਸ। ਤੁਹਾਨੂੰ ਕਰੈਕਟ ਸੀਕੁਐਂਸ ਨੂੰ ਚੂਜ਼ ਕਰਨਾ ਹੈ। ਕਿਵੇਂ ਕਰਨਾ ਹੈ, ਇੱਕ ਜਿਹੜੀ ਹਿਊਮਨ ਡਿਵੈਲਪਮੈਂਟ ਦੇ ਉਹਦੀ ਸਟੇਜਿਸ ਨੇ ਉਹ ਕਿਹੜੀਆਂ ਨੇ, ਇਟ ਮੀਨ ਕਿ ਤੁਹਾਡੇ ਸਾਹਮਣੇ ਲਿਸਟ ਦਿੱਤੀ ਹੋਏਗੀ ਸਟੇਜ ਵਾਈਜ਼, ਉਹਦੇ ਵਿੱਚ ਤੁਹਾਨੂੰ ਕਰੈਕਟ ਸੀਕੁਐਂਸ ਦੇ ਅਕੋਰਡਿੰਗ ਲਗਾਉਣਾ ਹੈ ਕਿ ਕਿਹੜੀ ਸਭ ਤੋਂ ਪਹਿਲਾਂ ਰੱਖੀ ਜਾਂਦੀ ਹੈ, ਕਿਹੜੀ ਉਸ ਤੋਂ ਬਾਅਦ ਰੱਖੀ ਜਾਂਦੀ ਹੈ। ਜਿਵੇਂ ਕਿ ਤੁਸੀਂ ਮੇਰੇ ਨਾਲ ਸੈਕਿੰਡ ਕੁਐਸਚਨ ਕਰਕੇ ਆਏ ਸੀ ਕਿ 8ਵੇਂ ਸਾਲ ਦੇ ਵਿੱਚ ਜਦੋਂ ਬੱਚੇ ਦੀ ਇੱਕ ਉਮਰ ਗਰੋਥ ਅਤੇ ਡਿਵੈਲਪਮੈਂਟ ਦੀ ਹੁੰਦੀ, ਇਸ ਪੀਰੀਅਡ ਨੂੰ ਅਸੀਂ ਕਿਹੜਾ ਬੋਲਦੇ ਹਾਂ, ਚਾਈਲਡਹੁੱਡ। ਮਤਲਬ ਕਿ ਇਹ ਆਪਸ਼ਨ ਹੈ ਤੁਹਾਡੇ ਸਾਹਮਣੇ ਕੀ ਹੋਗੀ, ਖਤਮ ਹੋ ਗਈ। ਇਹਦੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਉਮਰ ਰੱਖੀ ਹੋਈ ਹੈ, ਚਾਈਲਡਹੁੱਡ ਰੱਖੀ ਹੋਈ ਹੈ। ਅਡਲਟ ਔਰ ਅਡੋਲਸੈਂਸ ਪੀਰੀਅਡ ਨਹੀਂ ਆਉਂਦਾ। ਕਾਰਨ ਕੀ ਹੈ, ਮੈਂ ਤੁਹਾਨੂੰ ਉੱਪਰ ਲਿਖਵਾਇਆ ਸੀ ਸੈਕਿੰਡ ਕੁਐਸਚਨ 'ਚ, ਜਿਹੜੀ ਅਡਲਟ ਇਨਫੈਂਸੀ ਪੀਰੀਅਡ ਹੁੰਦਾ ਉਹ ਕਦੋਂ ਹੁੰਦਾ, 0 ਤੋਂ ਲੈ ਕੇ 2 ਸਾਲ ਦਾ ਹੁੰਦਾ, ਯਾਨੀ ਕਿ ਸਟਾਰਟਿੰਗ ਹੁੰਦਾ। ਇੱਥੇ ਪਤਾ ਲੱਗਦਾ ਸੈਕਿੰਡ ਕੁਐਸਚਨ ਤੁਹਾਡਾ ਆਪਣਾ ਇਹ ਆਪਸ਼ਨ ਕੀ ਕਰੇਗੀ, ਲਾਈਕ ਕਰੇਗੀ। ਫਸਟ ਹੁੰਦਾ ਇਨਫੈਂਸੀ, ਸੈਕਿੰਡ ਹੁੰਦਾ ਤੁਹਾਡਾ ਆਪਣਾ ਚਾਈਲਡਹੁੱਡ, ਥਰਡ ਹੁੰਦਾ ਤੁਹਾਡਾ ਅਡੋਲਸੈਂਸ, ਔਰ ਫੋਰਥ ਕਿਹੜਾ ਹੁੰਦਾ ਤੁਹਾਡਾ ਆਪਣਾ ਐਡਲਟ। ਮਤਲਬ ਕਿ ਇਸ ਤਰ੍ਹਾਂ ਲੜੀ ਵਾਈਜ਼ ਲਗਾਈ ਜਾਵੇ ਤਾਂ ਆਨਸਰ ਇਹੀ ਬਣਦਾ, ਇਨਫੈਂਸੀ, ਚਾਈਲਡਹੁੱਡ, ਐਡੋਲਸੈਂਸ ਤੇ ਦੂਸਰੀ ਕਿਹੜੀ ਆਉ ਤੁਹਾਡੀ ਆਪਣੀ ਐਡਲਟ। ਇਹਦੇ ਵਿੱਚ ਸੈਕਿੰਡ ਆਪਸ਼ਨ ਦੇ ਵਿੱਚ ਐਡਲਟ ਸੈਕਿੰਡ ਨੰਬਰ ਤੇ ਹੈ, ਸੌਰੀ ਇਨਫੈਂਸੀ ਸੈਕਿੰਡ ਨੰਬਰ ਤੇ ਹੈ, ਥਰਡ ਦੇ ਵਿੱਚ ਐਡਲਟ ਇਨਫੈਂਸੀ ਥਰਡ ਨੰਬਰ ਤੇ ਹੈ, ਔਰ ਡੀ ਦੇ ਵਿੱਚ ਇਨਫੈਂਸੀ ਕਿਹਦੇ ਵਿੱਚ ਹੈ, ਲਾਸਟ ਦੇ ਵਿੱਚ ਹੈ। ਤਾਂ ਆਪਸ਼ਨ ਦੇ ਅਕੋਰਡਿੰਗ ਤੁਹਾਨੂੰ ਪਤਾ ਲੱਗਦਾ 0 ਤੋਂ ਲੈ ਕੇ 2 ਸਾਲ ਦੀ ਪੀਰੀਅਡ ਨੂੰ ਅਸੀਂ ਕਿਹੜੀ ਪੀਰੀਅਡ ਬੋਲਦੇ ਹਾਂ, ਇਨਫੈਂਸੀ ਪੀਰੀਅਡ ਬੋਲਦੇ ਹਾਂ। ਨੈਕਸਟ ਹੈ ਕੁਐਸਚਨ ਨੰਬਰ 5, ਬੋਡੀ ਸ਼ੇਪ ਇਜ਼ ਇੰਡੀਕੇਟਿਡ ਬਾਈ। ਕਹਿੰਦਾ ਜਿਹੜਾ ਇੱਕ ਬੋਡੀ ਦਾ ਆਕਾਰ ਹੈ ਤੁਹਾਨੂੰ ਕਾਹਦਾ ਸੰਕੇਤਕ ਦਿੰਦਾ ਹੈ, ਕਹਿੰਦਾ ਕਰੈਕਟਰ ਦਾ। ਸੈਕਿੰਡ ਫਸਟ ਆਪਸ਼ਨ ਹੈ ਕਰੈਕਟਰ, ਉਸ ਤੋਂ ਬਾਅਦ ਸੈਕਿੰਡ ਹੈ ਆਪਸ਼ਨ ਤੁਹਾਡੀ ਹੈਲਥ, ਸੀ ਆਪਸ਼ਨ ਹੈ ਤੁਹਾਡੀ ਪਰਸਨੈਲਿਟੀ, ਔਰ ਡੀ ਆਪਸ਼ਨ ਹੈ ਤੁਹਾਡਾ ਫਿਜ਼ੀਕਲ ਐਬਿਲਿਟੀ। ਫਿਜ਼ੀਕਲ ਐਬਿਲਿਟੀ ਦੇ ਅਕੋਰਡਿੰਗ ਸਾਨੂੰ ਬੋਡੀ ਸ਼ੇਪ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਕਨਵੈਕਸ ਸ਼ੇਪ ਦੇ ਵਿੱਚ ਹੈ, ਕਨਕੇਵ ਸ਼ੇਪ ਦੇ ਵਿੱਚ ਹੈ। ਲੇਕਿਨ ਜਿਹੜੀ ਇੱਕ ਬੋਡੀ ਸ਼ੇਪ ਹੈ ਉਹ ਬੰਦੇ ਦੀ ਕਿਸ ਚੀਜ਼ ਨੂੰ ਦੱਸਦਾ, ਆਈਡੈਂਟੀਟੀ ਨੂੰ ਦੱਸਦਾ। ਆਈਡੈਂਟੀਟੀ ਮਤਲਬ ਇੱਕ ਪੰਜਾਬੀ ਜਿਵੇਂ ਕਿ ਲਿਖਿਆ ਹੋਵੇ ਸ਼ਖਸੀਅਤ, ਔਰ ਅਸੀਂ ਇੰਗਲਿਸ਼ ਉਹਨੂੰ ਬੋਲਦੇ ਨੇ ਇੱਕ ਪਰਸਨੈਲਿਟੀ ਨੂੰ ਇੰਡੀਕੇਟ ਕੀਤਾ ਜਾਂਦਾ। ਕੁਐਸਚਨ ਨੰਬਰ 6, ਵਟ ਇਜ਼ ਕਾਲਡ ਦਾ ਸਾਈਕੋਫਿਜ਼ੀਕਲ ਯੂਨਿਟੀ ਆਫ ਦੀ ਹਿਊਮਨ ਲਾਈਫ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਇੱਥੇ ਇੱਕ ਗੱਲ ਲਿਖੀ ਹੋਈ ਹੈ ਸਾਈਕੋਫਿਜ਼ੀਕਲ, ਠੀਕ ਹੈ। ਸਾਈਕੋ ਮਤਲਬ ਹੁੰਦਾ ਇੱਕ ਮਾਈਂਡ, ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ, ਠੀਕ ਹੈ, ਔਰ ਫਿਜ਼ੀਕਲ ਹੁੰਦਾ ਰਿਲੇਟਿੰਗ ਟੂ ਬੋਡੀ। ਮਤਲਬ ਕਿ
ਜਿਸ 'ਚ ਅਸੀਂ ਇੱਕ ਮਾਈਂਡ ਦੇ ਕੰਸੈਪਟ ਦੀ ਬੋਡੀ ਨੂੰ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ, ਸਾਈਕੋ ਐਨਾਲਿਸਿਸ ਯੂਨਿਟ ਆਫ ਹਿਊਮਨ ਲਾਈਫ ਬੋਲਦੇ ਹਾਂ। ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਆਪਸ਼ਨਾਂ ਨੇ, ਫਸਟ ਆਪਸ਼ਨ ਹੈਗੀ ਤੁਹਾਡੀ ਡਿਵੈਲਪਮੈਂਟ ਆਫ ਮਾਈਂਡ ਐਂਡ ਬੋਡੀ। ਇੱਥੇ ਪਤਾ ਲੱਗ ਗਿਆ ਹੋਊਗਾ ਸਾਈਕੋ ਮਤਲਬ ਹੁੰਦਾ ਸੋਲ ਜਾਂ ਮਾਈਂਡ, ਠੀਕ ਹੈ, ਮਤਲਬ ਸਾਡਾ ਬੌਧਿਕ ਅਧਿਐਨ ਕਿਸ ਤਰ੍ਹਾਂ ਦਾ ਹੋਏਗਾ, ਔਰ ਫਿਜ਼ੀਕਲ ਹੁੰਦੀ ਤੁਹਾਡੀ ਬੋਡੀ। ਤਾਂ ਆਪਸ਼ਨ ਇੱਕੋ ਹੀ ਲਾਈਕ ਕਰੇਗੀ, ਡਿਵੈਲਪਮੈਂਟ ਆਫ ਮਾਈਂਡ ਐਂਡ ਬੋਡੀ। ਬਾਕੀ ਬੀ ਆਪਸ਼ਨ ਹੈ ਗਰੋਥ ਆਫ ਹਿਊਮਨ ਬੋਡੀ ਐਂਡ ਬੋਨਸ, ठीक है, बॉडी एंड हार्ट डेवलपमेंट, सोल एंड मसल डेवलपमेंट। हाँ इतने ध्यान रखियो, अगर इतने आ गया मसल वर्ड, अगर इतने मसल की जगह ते एक बॉडी आ जाता, ठीक है, वो भी ये की कर सकते इस ऑप्शन बन सकते सी। कारण की है, क्योंकि साइको नूं असीं एक सोल भी बोलते हैं तो दूसरा की बोलते एक माइंड भी बोलते हैं। ये ध्यान रखियो, पेपर च पूछ लेंदे ने, दो चीज़ों का अध्ययन किया जाता है, माइंड एंड सोल का। क्वेश्चन नंबर 7, विच ऑफ द फॉलोइंग इज नॉट द पोस्चर डिफॉर्मिटी। मतलब कि डिफॉर्मिटी मतलब की हुंदा है, डिफॉर्मिटी हुंदा है भी जिहड़ा साडा एक बॉडी पोस्चर है वो एक प्रॉपर शेप दे विच नहीं हैगा। मतलब कि डिफॉर्मिटी का मतलब हुंदा कोई ना कोई विच बिगाड़ होना, बिगाड़ मतलब किसी ना किसी चीज़ की कमी होना, या कह सकते हो बच्चा डिफॉर्मिटी का शिकार हो जाता है, कोई डिसीज़ का शिकार हो जाता है, जिस करके साडी वो डिसीज़ साडी बॉडी पोस्चर उत्ते की करती है, अफेक्ट पाती है, दैन उस चीज़ नूं असीं की बोलते हैं, डिफॉर्मिटी बोलते हैं। ठीक है जी। क्वेश्चन नंबर 7 ਦੇ ਵਿੱਚ ਜਿਵੇਂ ਕਿ ਫਸਟ ਆਪਸ਼ਨ ਹੈ ਸਾਈਕੋਲੋजिस्ट, बी पॉइंट है फ्लैट फीट, अगला है नॉक नी, तो अगला है लेगोसिस। ये ध्यान रखना, ये कुछ बनावट ने जो साडी बॉडी पोस्चर नाल रिलेट करते हैं, लेकिन एक जिहड़ी हैगी है लेगोसिस, ठीक है, ये साडे बॉडी पार्ट दे नाल साडी रिलेट नहीं करती, एक तरह की डिसीज़ है लेगोसिस। ये ध्यान रखना, फ्लैट फ्री, नॉक फ्री, ये सारी साडी बॉडी नाल मिलदी जुलदियां ने। मोस्ट इंपोर्टेंट क्वेश्चन है अगला पॉइंट, ये दो तरह के तीन तरह के एक फॉर्म होंगे ने, जिस फस्ट करवाया जा रहा है एक्टोफॉर्म की होंगे, कहता एक्टोमॉर्फ पर्सनस किहड़े होंगे ने, जिन्हां दी कोई अंग किस तरह का होगा, लाइक ये जिहड़े बंदे होंगे किस तरह के होंगे ने। लाइक डी पॉइंट है ब्यूटीफुल बॉडी इमेज, कि जिहड़ी बॉडी का आकार होंगे, शेप होंगी है, वो अच्छी होंगी है। सी ऑप्शन है तुहाडे वास्ते बॉडी एंड एथलीट सिमिलर बॉडी स्ट्रक्चर। अगला है बी पॉइंट हैवी बॉडी, थोड़े हैल्दी होंगे होंगे, भारी होंगे होंगे, हड्डियाँ ज़्यादा मजबूत होंगे होंगियां। लेकिन ये ऑप्शन है जो थिन और स्ट्रेट, ये बंदे पतले भी होंगे ने ते लंबे भी होंगे, मतलब सीधे होंगे ने, इसमें असीं किहड़े बंदे बोलते हैं, एक्टोफॉर्म बोलते हैं। ये ना तुसीं जो मेरे नाल लाइव क्लासिस अटेंड करोगे, कुछ बच्चे तो लगा चुके हैं लाइव क्लासिस। फस्ट लैक्चर दे विच जो फस्ट लैक्चर है इंडिया इंट्रोडक्शन हिस्टरी ऑफ फिजिकल एजुकेशन, और विच तिन्नां दी गल कीती भी है किहड़े बंदे होंगे ने। ये ध्यान रखियो, लाइव क्लासिस विच इन्हां दी डेफिनेशन मैं दसूँगा कि इन्हां दा पेट किस तरह का होंदा है, किन्हां दी लत्तां किस तरह दी होंदियां ने। बस इन्हां दी गल रखियो, जिहड़े एक्टोफॉर्म वाले पर्सनस होंदे ने ये थिन भी होंदे ने और स्ट्रेट्स भी होंदे ने। ठीक है जी। नेक्स्ट क्वेश्चन नंबर डी, in ninth question, early stages has a higher rate of growth than the childhood। ਕਿਹੜੀ ਉਮਰ ਦੇ ਵਿੱਚ ਜਿਹੜਾ ਬੱਚਾ ਜ਼ਿਆਦਾ ਤੋਂ ਜ਼ਿਆਦਾ ਗਰੋਥ ਲੈਂਦਾ ਹੈ, ਕਿਹੜੀ ਉਮਰ ਦੇ ਵਿੱਚ, मतलब कि किस स्टेज ਦੇ ਨਾਲ किस स्पीड ਦੇ ਨਾਲ ਚੱਲਦੀ ਹੈ ग्रोथ, ਕਿਹੜੀ ਉਮਰ ਦੇ ਵਿੱਚ, ਚਾਈਲਡਹੁੱਡ ਦੀ ਉਮਰ ਦੇ ਵਿੱਚ। ਤਾਂ फर्स्ट ऑप्शन है स्लो मोशन, सेकंड है स्पीड सेम स्पीड, मतलब कि सी ऑप्शन है फास्ट स्पीड, और डी ऑप्शन है थोड़ी अपनी वेरी फास्ट स्पीड। इतने आनी सी स्पीड, मतलब इतने रफ्तार भी हो सकती है एक तरह की, और पेस मतलब कदम ज़्यादा तरने, ज़्यादा मतलब फास्ट तरने, उस उम्र में भी असी की बोलते हैं अर्ली स्टेज, मतलब स्टेजिंग स्टेज बोलते हैं। ठीक है जी। नेक्स्ट आओ, अगला है कि फोसिस मालफॉर्मेशन इज कोल्ड, कहता कि है ਜਿਹੜੀ बॉडी पोस्चर ਦੇ ਵਿੱਚ ਵਿਗਾੜ ਪੈ ਜਾਂਦਾ ਹੈ, ਠੀਕ ਹੈ, ਉਹ ਕਾਰੇ ਕਰਕੇ ਪੈਂਦਾ ਹੈ। ਕਹਿਣ ਦਾ ਮਤਲਬ ਪੈਂਦਾ ਤਾਂ ਹੈ ਕਿ ਤੁਹਾਡਾ ਕੀਫੋਸਿਸ ਮਾਲ ਫਾਰਮੇਸ਼ਨ ਕਰਕੇ। ਕੀਫੋਸਿਸ ਹੁਣ ਹੁੰਦਾ ਕੀ ਹੈ, ਉਹਦੀ ਡੈਫੀਨੇਸ਼ਨ ਨੀਚੇ ਦਿੱਤੀ ਹੋਈ ਜੋ ਤੁਹਾਨੂੰ MCQs 'ਚ ਮਿਲੇਗੀ। ਫਸਟ ਹੈ ਰਾਊਂਡ ਵੇਸਟ, ਕਮਰ ਗੋਲ ਹੁੰਦੀ ਹੈ। ਬੀ ਆਪਸ਼ਨ ਹੈ ਸ਼ੋਲਡਰ ਬੈਕ ਵੇਸਟ ਫॉरवर्ड, ਮੋਢੇ ਪਿੱਛੇ ਜਾਂ ਕਮਰ ਅੱਗੇ ਨੂੰ ਹੁੰਦੀ ਹੈ। ਸੀ ਪੁਆਇੰਟ ਹੈ ਵੇਸਟ ਪੈਂਟ ਔਨ ਦੀ ਵਨ ਸਾਈਡ, ਜਿਹੜੀ ਤੁਹਾਡੀ ਕਮਰ ਇੱਕ ਪਾਸੇ ਝੁਕੀ ਹੁੰਦੀ ਹੈ। उस तो बाद डी ऑप्शन है थोड़ी जी वेस्ट होंगी है लाइक कमर, वो की होंगी झुकी होंगी है। तो ध्यान रखियो कैफोसिस के जो विगाड़ आता है, कैफोसिस किहड़ा विगाड़ लेके आती है, वो जी कमर होंगी है कि शेप के पाई जाती है, ओवल शेप या फिर कह सकते थोड़ी अपनी राउंड शेप के पाई जाती है। नैक्सट क्वेश्चन है क्वेश्चन नंबर 11, एक्सीलेंट एथलीट हैव कम सम कॉमन पर्सनैलिटी ट्रेट सच एज, मतलब कि जो एक एथलीट होंगे, एथलीट कोई भी हो सकता है, एक जी कॉमन पाई जाती परसनैलिटी वो किस तरह की होंगी है। ए ऑप्शन है मोड ऑफ वर्क, काम करने का ढंग वखरा होंगे है, स्किल अच्छा हुनर होंगे,
सी ऑप्शन है मैंटल स्ट्रेंथ, मतलब की है ਉਹਦੇ ਵਿੱਚ ਜਿਹੜੀ ਮਾਨਸਿਕ ਤਾਕਤ ਹੈ, ਮਾਨਸਿਕ ਤਾਕਤ ਦਾ ਮਤਲਬ ਜਿਹੜੀ ਉਹਦੀ ਆਪਣੀ ਸੋਚਣ ਦੀ ਹੈ, ਐਪਟੀਟਿਊਡ ਹੈ, ਉਸਦਾ ਐਟੀਟਿਊਡ ਹੈ, ਉਹ ਸਾਰਾ ਕੁਝ ਮੈਂਸ਼ਨ ਕੀਤਾ ਜਾਂਦਾ ਹੈ। ਔਰ ਲਾਸਟ ਆਪਸ਼ਨ ਆਉਂਦੀ ਤੁਹਾਡੀ ਆਪਣੀ ਉਸ ਦੇ ਵਿੱਚ ਦਿੱਤਾ ਹੁੰਦਾ ਹੈ ਆਲ ਆਫ ਅਬਵ। ਤੇ ਇੱਕ ਚੰਗੇ ਸਰੀਰ ਦਾ ਹੋਣਾ, ਚੰਗੇ ਐਥਲੀਟ ਦਾ ਹੋਣਾ, ਉਸ ਸਾਰੇ ਗੁਣ ਹੁੰਦੇ ਨੇ, ਉਹ ਚਾਹੇ ਰਿਲੇਟਡ ਤੁਹਾਡੇ ਆਪਣੇ ਬੋਡੀ ਪੋਸਚਰ ਦੇ ਨਾਲ ਨੇ, ਚਾਹੇ ਤੁਹਾਡੇ ਆਪਣੀ ਮੈਂਟਲ ਐਬਿਲਿਟੀ ਦੇ ਨਾਲ ਨੇ। ਤੇ ਆਨਸਰ ਆਏਗਾ ਤੁਹਾਡਾ ਆਲ ਆਫ ਅਬਵ। ਕੁਐਸਚਨ ਨੰਬਰ 12th, ਇੰਡੀਵਿਜੂਅਲ ਵਿਦ ਐਨ ਇੰਟਰਵਰਟਿਡ ਪਰਸਨੈਲਿਟੀ ਆਰ ਇੰਟਰਸਟਿਡ ਇਨ। ਨਾਮ ਦੀ ਪਤਾ ਲੱਗਦਾ ਹੈ ਜਿਹੜੇ ਇੰਡੀਵਿਜੂਅਲ ਇੰਟਰਵਰਟਿਡ ਪਰਸਨੈਲਿਟੀ, ਇੱਕ ਹੁੰਦੇ ਨੇ ਐਕਸਟਰੋਵਰਟ ਜੋ ਬਹੁਤ ਬੋਲਦੇ ਨੇ, ਬਹੁਤ ਕੰਮ ਕਰਦੇ ਨੇ, ਬਹੁਤ ਲੋਕਾਂ ਦਾ ਸੋਚਦੇ ਨੇ, ਆਪਣੇ ਬਾਰੇ ਘੱਟ ਸੋਚਦੇ ਨੇ, ਉਹਨਾਂ ਨੂੰ ਅਸੀਂ ਐਕਸਟਰੋਵਰਟ ਬੋਲਦੇ ਹਾਂ। ਇੰਟਰੋਵਰਟ ਹੁੰਦਾ ਜੋ ਸਿਰਫ ਆਪਣਾ ਹੀ ਆਪਣਾ ਸੋਚਦੇ ਨੇ ਔਰ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਨੇ। ਉਸ ਇੰਡੀਵਿਜੂਅਲ ਜਿਹੜੇ ਪਰਸਨੈਲਿਟੀ ਬੋਲਦੇ ਆ ਉਹਨਾਂ ਨੂੰ ਕਿਹੜੀ ਪਰਸਨੈਲਿਟੀ ਬੋਲੀ ਜਾਂਦੀ ਹੈ? ਇੰਟਰੋਵਰਟ ਪਰਸਨੈਲਿਟੀ ਬੋਲੀ ਜਾਂਦੀ ਹੈ। ਇੰਡੀਵਿਜੂਅਲ ਹੈਵ ਐਨ ਇੰਟਰਵਰਟਿਡ ਪਰਸਨੈਲਿਟੀ ਐਂਡ ਇੰਟਰਸਟਿਡ ਇਨ, ਉਹ ਕਾਰੇ ਵਿੱਚ ਹੁੰਦੇ ਨੇ, ਤੁਹਾਨੂੰ ਦੱਸ ਹੀ ਚੁੱਕਿਆ ਆਨਸਰ। ਉਹ ਹਮੇਸ਼ਾ ਆਪਣੇ ਆਪ ਨੂੰ ਦੇਖਦੇ ਨੇ, ਤਾਂ ਆਨਸਰ ਕੀ ਬਣੇਗਾ? ਇਨ ਇਟ ਸੈਲਫ, ਮਤਲਬ ਆਪਣੇ ਆਪ ਦੇ ਵਿੱਚ ਮਸਤ ਰਹਿੰਦੇ ਨੇ। ਕੁਐਸਚਨ ਨੰਬਰ 13, ਇਫ ਅ ਚਾਈਲਡ ਪਰਫਾਰਮਸ ਹੀਰੋਇਜ਼ਮ ਇਨ ਦ ਗੇਮ ਵਟ ਕਾਈਂਡ ਆਫ ਪਲੇ ਵਾਜ਼ ਇਟ ਗੇਮ ਇਨ। ਮਤਲਬ ਕੀ ਹੈ, ਇੱਕ ਜਦੋਂ ਬੱਚਾ ਬਹਾਦਰੀ ਦੇ ਨਾਲ ਜਦੋਂ ਮਤਲਬ ਹੀਰੋਇਜ਼ਮ ਮਤਲਬ ਹੁੰਦਾ ਜੋ ਹੀਰੋ ਦੀ ਤਰ੍ਹਾਂ ਆਪਣੀ ਗੇਮ ਦੇ ਵਿੱਚ ਪਲੇ ਕਰਦਾ ਹੈ, ਤਾਂ ਉਹਦੇ ਵਿੱਚ ਕਿਹੜੀ ਪਲੇ ਰੱਖੇ ਜਾਂਦੇ ਨੇ? ਸਭ ਤੋਂ ਪਹਿਲਾਂ ਕਿਸ ਚੀਜ਼ ਉੱਤੇ ਸੋਚਦਾ ਹੈ? ਹੁਣ ਅਗਰ ਇੱਕ ਬਹਾਦਰੀ ਨਾਲ ਸੋਚਦਾ ਹੈ, ਇਟ ਮੀਨ ਕਿ ਉਹ ਮੈਂਟਲੀ ਸੋਚਦਾ ਹੋਏਗਾ, ਔਰ ਜਿਹੜਾ ਮੈਂਟਲੀ ਸਾਡੇ ਨਾਲ ਰਿਲੇਸ਼ਨ ਰੱਖਦਾ ਹੈ ਉਹਦੇ ਵਿੱਚ ਜਾਂ ਤਾਂ ਉਹ ਦਿਲ ਪੱਥਰ ਦਾ ਹੋਊਗਾ, ਠੀਕ ਹੈ, ਜਾਂ ਸੌਫਟ ਨੇਚਰ ਦਾ ਹੋਊਗਾ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਤਾਂ ਫਸਟ ਆਪਸ਼ਨ ਬਣਦੀ ਹੈ ਇੰਟੈਕਚੁਅਲ ਗੇਮ, ਮਤਲਬ ਕਿ ਬੌਧਿਕ ਖੇਡ ਹੋਏਗੀ, ਕ੍ਰੀਏਟਿਵ ਪਲੇ ਹੋਏਗਾ, ਜਾਂ ਵੇਵ ਗੇਮ, ਠੀਕ ਹੈ, ਜਾਂ ਫਿਰ ਡੀ ਆਪਸ਼ਨ ਹੈ ਇਮੋਸ਼ਨਲ ਪਲੇ। ਤਾਂ ਇਟ ਮੀਨ ਕਿ ਜਦੋਂ ਇੱਕ ਪਲੇ ਕੀਤਾ ਜਾਂਦਾ ਹੈ, ਉਹ ਇੱਕ ਪਲੇਅਰ ਦੇ ਵਿੱਚ ਕਿਹੜੀ ਭਾਵਨਾ ਰੱਖੀ ਜਾਂਦੀ ਹੈ? ਕੰਪੀਟੀਸ਼ਨ ਦੀ ਭਾਵਨਾ ਰੱਖੀ ਜਾਂਦੀ ਹੈ, ਮਤਲਬ ਕਿ ਇੱਕ ਰਾਈਵਲ, ਮਤਲਬ ਇੱਕ ਕੰਪੀਟੀਟਰ ਦੇ ਰਾਹੀਂ ਖੇਡਿਆ ਜਾਂਦਾ ਹੈ। ਤਾਂ ਉਹ ਕਿਹੜੇ ਪਲੇ ਨੂੰ ਲੈ ਕੇ ਆਏਗਾ? ਤੁਹਾਡੇ ਆਪਣੇ ਇਮੋਸ਼ਨਲ ਪਲੇ ਨੂੰ ਲੈ ਕੇ ਆਏਗਾ। ਉਸ ਤੋਂ ਬਾਅਦ ਕੁਐਸਚਨ ਨੰਬਰ 14, ਇੰਡੀਵਿਜੂਅਲ ਡਿਫਰੈਂਸਿਸ। ਹੁਣ ਇੱਕ ਕਲਾਸ ਦੇ ਵਿੱਚ ਜਾਂ ਇੱਕ ਪਲੇਗਰਾਊਂਡ ਦੇ ਵਿੱਚ, ਇੱਕ ਸੁਸਾਇਟੀ ਦੇ ਵਿੱਚ ਜੋ ਇੰਡੀਵਿਜੂਅਲ ਹੁੰਦੇ ਨੇ ਉਹ ਸੇਮ ਨਹੀਂ ਹੁੰਦੇ, ਉਹਨਾਂ ਦੇ ਵਿੱਚ ਕੁਛ ਨਾ ਕੁਛ ਸ਼ੇਪ ਦੇ ਵਿੱਚ, ਸੋਚ ਦੇ ਵਿੱਚ ਫਰਕ ਪਾਇਆ ਜਾਂਦਾ ਹੈ। ਮਤਲਬ ਕਿ ਕਲਾਸ ਵਿੱਚ ਡਿਫਰੈਂਟ ਬੱਚੇ ਬੈਠੇ ਨੇ ਤਾਂ ਸਾਰੇ ਬੱਚੇ ਕੀ ਹੋਣਗੇ? ਡਿਫਰੈਂਟ ਹੋਣਗੇ, ਕੋਈ ਇਕਸਾਰ ਦੇ ਨਹੀਂ ਹੋਣਗੇ। ਉਹ ਕਾਰੇ ਕਰਕੇ ਰੱਖੇ ਜਾਂਦੇ ਨੇ, ਕੋਈ ਨਾ ਕੋਈ ਫੈਕਟਰਸ ਹੁੰਦੇ ਨੇ। ਉਹ ਫੈਕਟਰਸ ਕਿਹੜੇ ਕਿਹੜੇ ਨੇ? ਉਹ ਆਪਾਂ ਗੱਲ ਕਰਦੇ ਹਾਂ ਇੰਡੀਵਿਜੂਅਲ ਡਿਫਰੈਂਸਿਸ। ਜਿਹੜੇ ਫੈਕਟਰਸ ਪਾਏ ਜਾਂਦੇ ਨੇ ਉਹ ਦੋ ਬੇਸ 'ਤੇ ਪਾਏ ਜਾਂਦੇ ਨੇ। ਇੱਕ ਤਾਂ ਉਹਨਾਂ ਦਾ ਇਨਵਾਇਰਮੈਂਟ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਦੇ ਬੱਚੇ ਹੁੰਦੇ ਨੇ, ਠੀਕ ਹੈ, ਪਲੱਸ ਕੁਛ ਜੀਨਸ ਤੋਂ ਮਿਲਦੀਆਂ ਸਾਨੂੰ, ਕੁਛ ਜਿਹੜੀ ਚੀਜ਼ਾਂ ਅਸੀਂ ਹਾਇਰ ਕਰਦੇ ਕਿੱਥੋਂ ਕਰਦੇ ਆਪਣੀਆਂ ਹੈਰੀਡਿਟੀ ਦੇ ਵਿੱਚੋਂ ਕਰਦੇ ਹਾਂ। ਤਾਂ ਆਨਸਰ ਇੱਕੋ ਹੀ ਬਣਦਾ ਜਿਹਦੇ ਵਿੱਚ ਆਨਸਰ ਏ ਆਪਸ਼ਨ 'ਚ ਮੈਂਸ਼ਨ ਹੈ ਇਨਹੈਰੀਟੈਂਸ ਐਂਡ ਇਨਵਾਇਰਮੈਂਟਲ ਫੈਕਟ। ਬੱਚਾ ਵਿਰਾਸਤ ਦੇ ਵਿੱਚ ਕੁਝ ਚੀਜ਼ਾਂ ਹਾਸਿਲ ਕਰਦਾ ਆਪਣੇ ਫੋਰ ਫਾਦਰਸ ਤੋਂ, ਆਫਸਪ੍ਰਿੰਗ ਦੇ ਵਿੱਚੋਂ, ਜਾਂ ਕੁਝ ਚੀਜ਼ਾਂ ਉਹਨੂੰ ਕਿੱਥੋਂ ਮਿਲਦੀਆਂ ਨੇ? ਇਨਵਾਇਰਮੈਂਟ ਦੇ ਵਿੱਚੋਂ। ਜਿੱਥੇ ਇਨਵਾਇਰਮੈਂਟ ਉਹਨੂੰ ਕੀ ਸਿਖਾਉਂਦਾ ਹੈ ਕਿ ਕਿਹੜੀ ਚੀਜ਼ਾਂ ਉਹਦੇ ਵਾਸਤੇ ਗਲਤ ਨੇ ਔਰ ਕਿਹੜੀ ਚੀਜ਼ਾਂ ਉਹਨਾਂ ਵਾਸਤੇ ਕੀ ਨੇ? ਸਹੀ ਨੇ। ਨੈਕਸਟ ਆਓ ਕੁਐਸਚਨ ਨੰਬਰ 15, ਵਟ ਇਜ਼ ਇੰਪੋਰਟੈਂਟ ਟੂ ਕੀਪ ਇਨ ਦਾ ਮਾਈਂਡ। ਕਹਿੰਦਾ ਜਦੋਂ ਇੱਕ ਚੀਜ਼ ਨੂੰ ਕਰਦੇ ਹੋਏ, ਫਿਜ਼ੀਕਲ ਐਕਟੀਵਿਟੀ ਨੂੰ ਕਰਦੇ ਹੋਏ, ਜਦੋਂ ਅਸੀਂ ਫਿਜ਼ੀਕਲ ਐਕਟੀਵਿਟੀ ਨੂੰ ਚੂਜ਼ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਕਿਹੜੀ ਕਿਹੜੀ ਚੀਜ਼ਾਂ ਸਾਹਮਣੇ ਰੱਖਦੇ ਹਾਂ? ਮਤਲਬ ਕੀ ਹੈ, ਅਗਰ ਫਿਜ਼ੀਕਲ ਐਜੂਕੇਸ਼ਨ ਦੀ ਕੋਈ ਵੀ ਐਕਟੀਵਿਟੀ ਨੂੰ ਸੈਟਅਪ ਕੀਤਾ ਜਾਂਦਾ ਜਾਂ ਲਿੱਤਾ ਜਾਂਦਾ ਤਾਂ ਦਿਮਾਗ 'ਚ ਕਿਹੜੀ ਕਿਹੜੀ ਚੀਜ਼ਾਂ ਧਿਆਨ 'ਚ ਰੱਖੀ ਜਾਂਦੀਆਂ ਨੇ? ਇਹ ਆਪਸ਼ਨ ਹੈ ਚਿਲਡਰਨ, ਕਾਸਟ ਐਂਡ ਰਿਲੀਜਨ। ਧਿਆਨ ਰੱਖਣਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਮੈਥਡ ਕਦੀ ਵੀ ਚੂਜ਼ ਨਹੀਂ ਕੀਤੇ ਜਾਂਦੇ। ਲੈਂਥ ਐਂਡ ਵੇਟ ਆਫ ਦੀ ਚਿਲਡਰਨ, ਇੱਕ ਬੱਚੇ ਦਾ ਭਾਰ ਤੇ ਜਿਹੜੀ ਇੱਕ ਬੱਚੇ ਦੀ ਲੰਬਾਈ ਉਹ ਵੀ ਕੰਸੀਡਰ ਕੀਤੀ ਜਾਂਦੀ ਹੈ ਐਕਟੀਵਿਟੀ ਨੂੰ ਕਰਦੇ ਹੋਏ। ਸੀ ਆਪਸ਼ਨ ਹੈ ਚਿਲਡਰਨ, ਰੂਰਲ ਐਂਡ ਅਰਬਨ ਐਨਵਾਇਰਨਮੈਂਟ, ਇਹ ਵੀ ਚੀਜ਼ ਕਦੀ ਨਹੀਂ ਦੇਖੀ ਜਾਂਦੀ। ਤੇ ਡੀ ਆਪਸ਼ਨ ਹੈ ਫਿਜ਼ੀਕਲ ਐਫੀਸ਼ੀਐਂਸੀ ਐਂਡ ਨੀਡਸ ਆਫ ਦੀ ਚਿਲਡਰਨ, ਇੱਕ ਬੱਚੇ ਦੀ ਕਾਰਜਸ਼ੀਲਤਾ ਕਿਸੇ ਕੰਮ ਨੂੰ ਕਰਨ ਦੀ, ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਉਸ ਚੀਜ਼ ਨੂੰ ਪੂਰਾ ਕਰਨਾ, ਉਹ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮੇਨ ਮਾਈਂਡ ਦੇ ਵਿੱਚ ਰੱਖਿਆ ਜਾਂਦਾ ਹੈ। ਸੈਕਿੰਡ ਆਪਸ਼ਨ ਵੀ ਬਣਦੀ ਸੀ, ਲੇਕਿਨ ਜਿਹੜੀ ਸੈਕਿੰਡ ਆਪਸ਼ਨ ਹੈ ਉਹ ਤੁਹਾਡੀ ਫੋਰਥ ਆਪਸ਼ਨ ਦੇ ਨਾਲੋਂ ਕੀ ਹੈ, ਜੋ ਫੋਰਥ ਆਪਸ਼ਨ ਹੈ ਉਹ ਸੈਕਿੰਡ ਆਪਸ਼ਨ ਦੇ ਨਾਲੋਂ ਕੀ ਹੈ, ਜ਼ਿਆਦਾ ਕਲੋਜ਼ਡ ਹੈ। ਤਾਂ ਧਿਆਨ ਰੱਖਣਾ ਪੇਪਰ ਦੇ ਜੇ ਇਸ ਤਰ੍ਹਾਂ ਦੀ ਕੋਈ ਕੁਐਸਚਨ ਆ ਜਾਂਦਾ ਹੈ ਤਾਂ ਅਸੀਂ ਜਿਹੜਾ ਕੁਐਸਚਨ ਦੇ ਨਾਲ ਜ਼ਿਆਦਾ ਕਲੋਜ਼ ਹੈ ਅਸੀਂ ਉਹਦੇ 'ਤੇ ਟਿਕ ਮਾਰ ਕਰਕੇ ਆਉਣਾ ਹੈ। ਸੈਕਿੰਡ ਆਪਸ਼ਨ ਬਣ ਸਕਦੀ ਸੀ ਲੇਕਿਨ ਆਪਸ਼ਨ ਜਿਹੜੀ ਫੋਰਥ ਉਹ ਜ਼ਿਆਦਾ ਬੈਟਰ ਹੈ ਸੈਕਿੰਡ ਆਪਸ਼ਨ ਦੇ ਨਾਲੋਂ। ਕੁਐਸਚਨ ਨੰਬਰ 16, the ability to persons to take the appropriate decision and think critically is called dash sense। ਮਤਲਬ ਕਿ ਇਹ ਗੱਲ ਕੀਤੀ ਗਈ ਹੈ ਕਿਸੇ ਵੀ ਡਿਸੀਜ਼ਨ ਨੂੰ ਚੱਕਣ ਦੀ ਔਰ ਕ੍ਰਿਟੀਕਲੀ ਮੈਨਰ ਨਾਲ ਥਿੰਕ ਓਵਰ ਕਰਨ ਦੀ, ਸੋਚਣ ਦੀ, ਉਸ ਪ੍ਰਕਿਰਿਆ ਨੂੰ, ਉਸ ਯੋਗਤਾ ਨੂੰ ਅਸੀਂ ਕਿਹੜੀ ਬੋਲਦੇ ਹਾਂ। ਇਹ ਧਿਆਨ ਰੱਖਿਓ, ਇਹ ਦੋਨੋਂ ਚੀਜ਼ਾਂ ਸਾਡੇ ਮੈਂਟਲ ਲੈਵਲ ਦੇ ਨਾਲ
ਰਿਲੇਟ ਕਰਦੀਆਂ ਨੇ ਤਾਂ ਜੋ ਸਾਡੇ ਵਾਸਤੇ ਮੈਂਟਲੀ ਲੈਵਲ ਨਾਲ ਕਰਦੀ ਉਸ ਨੂੰ ਸੈਂਸ ਨੂੰ ਅਸੀਂ ਕਿਹੜੀ ਸੈਂਸ ਬੋਲਦੇ ਹਾਂ ਤੁਹਾਡੀ ਆਪਣੀ ਇੰਟੈਕਚੁਅਲ ਸੈਂਸ ਬੋਲਦੇ ਹਾਂ ਠੀਕ ਹੈ ਜੀ ਕੁਐਸਚਨ ਨੰਬਰ 17 ਵਰਸਟਾਈਲ ਡਿਵੈਲਪਮੈਂਟ ਆਫ ਪਰਸਨੈਲਿਟੀ ਇੰਕਲੂਡਸ ਇੱਕ ਬੱਚੇ ਦਾ ਸਾਰਵਭੌਮਿਕ ਵਿਕਾਸ ਹੋਣਾ ਉਹ ਪਰਸਨੈਲਿਟੀ ਨੂੰ ਅਸੀਂ ਕਿਹੜੀ ਚੀਜ਼ਾਂ ਲੈ ਕੇ ਆਉਂਦੇ ਹਾਂ ਇੱਕ ਜਿਹੜਾ ਚੰਗਾ ਐਥਲੀਟ ਹੁੰਦਾ ਹੈ ਉਸ 'ਚ ਕਿਹੜੀ ਪਰਸਨੈਲਿਟੀਜ਼ ਹੁੰਦੀਆਂ ਨੇ ਉਹਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਫਸਟ ਹੈ ਫਿਜ਼ੀਕਲ ਐਂਡ ਮੈਂਟਲ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸੈਕਿੰਡ ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਭਾਵੁਕ ਵੀ ਹੋਣਾ ਚਾਹੀਦਾ ਸੋਸਾਇਟੀ ਨਾਲ ਮਿਲਿਆ ਹੋਣਾ ਵੀ ਜ਼ਰੂਰੀ ਹੈ सी ऑप्शन है मोरल एंड स्पिरिचुअल डिवेलपमेंट बच्चा नैतिक तौर पर परफेक्ट होना जरूरी है अगर बच्चा नशे पत्ते करता फिजिकल एजुकेशन के नहीं रखा जाता क्योंकि बच्चे में मोरैलिटी नहीं हैगी साधन ही नहीं पता किहड़ी चीज़ां ने तो एक सरपक्षी विकास वास्ते तीनों चीज़ों का होना जरूरी है जिवें कि ऑप्शन च मैंशन किया हुआ ऑल ऑफ अबव तो आंसर की आएगा तुहाडा अपना ऑल ऑफ अबव आएगा ठीक है जी ध्यान रखना क्वेश्चन नंबर 18 विच ऑफ द फॉलोइंग इज नॉट द सिम्टम ऑफ साइकोलॉजिकल एप्रेशन मतलब कि एक एप्रेशन मतलब होंगे किसी भी चीज़ से वरिड होना किसी चीज़ ਲਈ चिंता रखनी ठीक है तो ਕਿਹੜਾ सिम्टम्स नहीं है ठीक है जो फिजिकल साइकोलॉजिकल ਦੇ ਵਿੱਚ नहीं रखा ਜਾਂਦਾ ਤਾਂ डिगीनेस चक्कर ਦਾ आना मूड इन्फेक्शियस मूड ਦੇ अकॉर्डिंग उतार चढ़ाव होने कॉन्स्टेंट वरी एकदम चिंता लग जानी या सैडनेस इन्होंने कुछ पूछिए नॉट आ सिम्टम जो सिम्टम नहीं है इट मीन कि जो तीन चीज़ां हैगियां ने ये थोड़े अपने सिम्टम का कारण ने चक्कर का आना वो साडे वास्ते की सिम्टम का कारण नहीं है कारण की है चक्कर का आना ये कोई मैंटली टेंशन है या मैंटली अपसैट है बच्चा या कोई स्टूडेंट है या कोई एथलीट है या कोई इंडिविजुअल है जो थोड़े अपना सिम्टम नहीं है साइकोलॉजिकल का ठीक है नैक्सट आओ पीई क्वेश्चनियर्स बहुत इंपॉर्टेंट क्वेश्चन है यही गल मैं थोड़े ना अपने लाइव लैक्चर के करूँगा जो भी थोड़ा अपना इस टॉपिक उत्ते गल की जाऊगी कहते जो पीई थोड़ा अपना क्वेश्चनियर है वो कि टैसट होंगे ने टैसट की गल कर रहे हैं ध्यान देखियो फिजिकल एजुकेशन का जो क्वेश्चन तैयार किया जाता है पेपर तैयार किया जाता है उस कि मेन टैसट किए जाते हैं पीई साइकोलॉजिकल वाला पॉइंट बोल रहे हैं थोड़ा ध्यान रखियो फिजिकल एजुकेशन साइकोलॉजिकल का केड़ा मेन टैसट है तो आंसर मैं ऑलरेडी दस चुकिया डी ऑप्शन है प्रोग्रेसिव स्पीड टेस्ट सी ऑप्शन है बॉडी टेस्ट बी ऑप्शन है सोशल टेस्ट ए ऑप्शन है थोड़ा अपना साइकोलॉजिकल टेस्ट कारण की है एक बच्चे का सर्वभौमिक विकास करने वास्ते सब तो पहले किहड़ा फिजिकल टेस्ट है किहड़ा टेस्ट किया जाता है साइकोलॉजिकल टेस्ट किया जाता है ये उत्ते काफ़ी सारा बड़ा एक टेबल भी बनूगा ठीक है और टेबल च मल्टीपल क्वेश्चन पूछ सकते हैं ये ध्यान रखना क्योंकि डिफरेंट स्टेट्स में टेबल उत्ते क्वेश्चन पूछे गए थे क्वेश्चन नंबर 20 What is the education course relating to the anatomy of the human body is called ਹੁਣ अगर मैं गल करा ਇਹਦੇ ਵਿੱਚ ਇੱਕ ਐਨਾਟਮੀ ਦਾ ਗੱਲ ਕੀਤੀ ਗਈ ਹੈ ਇਹ ਕਿਸ ਚੀਜ਼ ਦੇ ਨਾਲ ਗੱਲ ਕਰਦੀ ਹੈ ਲਾਈਕ ਜਿਹਦੇ ਵਿੱਚ ਆਪਾਂ ਦੇਖਦੇ ਪਾਰਟ ਆਫ ਬੋਡੀ ਠੀਕ ਹੈ ਕਿੰਨੀ ਹੱਡੀਆਂ ਨੇ ਕਿੰਨੇ ਮਸਲਸ ਨੇ ਉਹ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ ਤਾਂ ਜਿਵੇਂ ਕਿ ਤੁਹਾਡੇ ਸਾਹਮਣੇ ਇੱਕ ਆਪਸ਼ਨ ਲਿਖੀ ਹੋਈ ਹੈ ਬਾਇਓਮੈਕੈਨਿਜ਼ਮ ਇਹਦੇ ਇੱਕ ਟੌਪਿਕ ਵੀ ਹੈ ਤੁਹਾਡਾ ਮੇਰੇ ਨਾਲ इस असी हड्डियां का जोड़ देखांगे को किदे नाल अटैच किया हुआ है वही चीज़ की गल करांगे मोटर बिहेवियर सी ऑप्शन है फिजिकल एजुकेशन थर्ड डी ऑप्शन है थोड़ा अपना स्पोर्ट्स साइंस जिवें कि टॉपिक का नाम ही पता है कि एक जिहड़ी बॉडी दे नाल गल कीती जांदी है वो बॉडी एक इफेक्टिवनेस देखेगी फिटनेस देखेगी तो साडे वास्ते किहड़ी ऑप्शन बनेगी सी ऑप्शन है जो साडे वास्ते कि फिजिकल एजुकेशन जो कि साडा एक मेन आंसर बनता है ठीक है जी ये ध्यान रखना क्वेश्चन नंबर 21 स्ट्रेस स्ट्रेस साडे वास्ते की है व्हाट इज स्ट्रेस मेरे वास्ते की है तनाव की है ये ध्यान रखियो कुछ स्ट्रेस जिहड़े हुंदे ने वो पॉजिटिव भी हुंदे ने कुछ जिहड़े हुंदे ने साडे वास्ते और नैगेटिव भी हुंदे ने की हुंदे ने साडे वास्ते और नैगेटिव भी हुंदे ने हुण जिहड़े पॉजिटिव और नैगेटिव दोनों स्ट्रेस साडे वास्ते की ने वो किवें मिलते ने एक सिचुएशन अकॉर्डिंग मिलते ने या तो सानू की दे सकते हैं एक पॉजिटिव बेनिफिट दे सकते हैं या सानू की दे सकते हैं एक हार्मफुल एफर्ट्स भी दे सकते हैं मतलब नैगेटिव सीक्वेंस भी दे सकते हैं तो ये ऑप्शन है बेनीफिशियल टू प्लेयर मैं हुणे दस चुकिया पॉजिटिव भी होंगे ने नैगेटिव भी होंगे ने ऑप्शन ए लाइन रहा करेगी बी है हार्मफुल टू एबिलिटी सी है डिपेंडिंग ऑन द सिचुएशन बहुत बेनीफिशियल एंड हार्मफुल मतलब की है पॉजिटिव इफेक्ट भी हो सकते हैं और नैगेटिव भी हो सकते हैं ये डिपेंड करता थोड़े अपने सिचुएशन के अकॉर्डिंग सिचुएशन थोड़ा अगर पॉजिटिव सिचुएशन है तो बेनीफिट है अगर थोड़े वास्ते नैगेटिव है थोड़े वास्ते किया हो हार्मफुल सिचुएशन है नैक्सट है डी ऑप्शन नीदर ऑफ दी अबव ऊपर दिते कुछ कारणों के कोई भी नहीं तो सी ऑप्शन मेरा आंसर बनेगा
ठीक है, दोनों सिचुएशन ने हार्मफुल भी है और पॉजिटिव भी है। उस तो बाद क्वेश्चन नंबर 22 मैंटल डिवेलपमेंट इंक्लूड्स मानसिक विकास ਦੇ ਵਿੱਚ ਕਿਹੜੀ ਚੀਜ਼ਾਂ ਇੰਕਲੂਡ ਕੀਤੀ ਜਾਂਦੀਆਂ ਨੇ। ਅਗਰ ਇੱਥੇ ਮੈਂ ਮਾਨਸਿਕ ਡਿਵੈਲਪਮੈਂਟ ਦੀ ਗੱਲ ਕਰਾਂ ਤੇਰੇ ਵਿੱਚ ਅਸੀਂ ਦੇਖਾਂਗੇ ਇੱਕ ਮੈਂਟਲ ਐਬਿਲਿਟੀ, ਠੀਕ ਹੈ, ਲਾਈਕ ਕਿਹੜੀਆਂ ਚੀਜ਼ਾਂ ਡਿਸੀਜ਼ਨ ਨੂੰ ਕਿਵੇਂ ਸੋਲਵ ਕੀਤਾ ਜਾਊਗਾ, ਉਸ ਚੀਜ਼ ਦੇ ਕਿਹੜੇ ਤਰਕ ਦਿੱਤੇ ਜਾਣਗੇ, ਕਿਹੜੇ ਰੀਜ਼ਨ ਦਿੱਤੇ ਜਾਣਗੇ, ਠੀਕ ਹੈ, ਉਸ ਬੇਸ ਨੂੰ ਅਸੀਂ ਕੀ ਬੋਲਦੇ ਹਾਂ, ਮੈਂਟਲ ਡਿਵੈਲਪਮੈਂਟ ਦੀ ਐਬਿਲਿਟੀ ਬੋਲਦੇ ਹਾਂ। ਜਿਵੇਂ ਕਿ ਸਾਡੇ ਸਾਹਮਣੇ ਫਸਟ ਆਪਸ਼ਨ ਹੈ एक्सटर्नल एंड इंटरनल ऑर्गनस की गल असीं इहदे विच नहीं करते मैंटल दे विच, और जिहड़ा मैंटल बिहेवियर है वो साडा सिर्फ दिमाग दे नाल जुड़ा हुंदा है। और बी ऑप्शन है लॉजिक एंड थिंकिंग, जो मेरा आंसर बनेगा। अगला है साडा अपना सी ऑप्शन मॉरल एंड एथिक्स। मॉरल मतलब नैतिकता, एथिक्स मतलब स्टैंडर्ड्स की ने, नॉर्म्स की ने, राइट्स की है, ड्यूटीज की ने, मतलब कि साडे वास्ते सही ने की साडे वास्ते गलत ने, वो चीज़ां। डी पॉइंट लिंग्विस्टिक मैच्योरिटी मतलब की है एक भाषा उत्ते अपना एक्सपीरियंस ले लेना, और साडे वास्ते की है मैंटल डिवेलपमेंट है। नहीं, मैंटल डिवेलपमेंट साडे वास्ते की एक तरह का तर्क देना, लाइक साडे वास्ते लॉजिक है, लाइक साडे सोचना, साडे वास्ते की है थिंकिंग है। ठीक है जी, ध्यान रखना बेटे। नैक्सट है क्वेश्चन नंबर 23। क्वेश्चन बहुत ज़्यादा इंपॉर्टेंट है, बहुत इंपॉर्टेंट है, क्योंकि पेपर च मल्टीपल स्टेटसमेंट पूछ सकते हैं ये किन्ने द्वारा दी गई किन्ने द्वारा नहीं की गई है। ठीक है, हुण उहदी गल करन जा रहे हैं। जिवें क्वेश्चन नंबर 23 की है चेंज इन परसनैलिटी, परसेंटी दे विच चेंज होना, मतलब कि एक बॉडी पोस्चर दे विच एक अंदरूनी शेप दे विच अपने आप नूं चेंज करना इज द प्रोसैस ऑफ लर्निंग, एक सीखण दी प्रक्रिया है। दैट बिल्ड्स न्यू थिंकिंग, जिस च असीं नवीं सोच विचार करते हैं, एंड अंडरस्टैंडिंग दी वैल्यूज एंड एबिलिटीज़, और नवीं साडी कदरां कीमतां और साडी जिहड़ी सोच योग्यता है उसनूं असीं समझदे हां। हू स्टेटमेंट इज दिस, इस स्टेटमेंट किन्ने द्वारा दित्ती गई सी? तां फर्स्ट है क्रेटी, बी ऑप्शन है हैनरी पी स्मिथ, सी ऑप्शन है फर्नाल्ड, और डी ऑप्शन है तुहाडी अपनी एच.सी. मॉरिसन। बहुत इंपॉर्टेंट नाम, फेमस सीगा फिजिकल एजुकेशन दे विच, इन्हां दी बहुत ज़्यादा पार्टिसिपेशन भी है। इन्हां ने अपना योगदान दिता सी एनाटमी दे नाल। ये तुसीं मेरे लाइव क्लासिस कंप्लीट करोगे, इन्हें काफ़ी सारी हिस्टरी क्वेश्चन काफ़ी सारे पूछते हैं। ये ध्यान रखना, ये स्टेटमेंट दी गई सी एच.सी. मॉरिसन के नाल। ठीक है, मॉरिसन भी बोलते हैं, मॉरिसन के द्वारा दी गई सी। क्वेश्चन नंबर 24 चिल्ड्रन फिजिकल ग्रोथ इज़ वेरी फास्ट। बच्चे जी एक मतलब शरीरिक का विकास होंगे, शरीर का विकास होंगे वो सब तो फास्ट किहड़ी उम्र तक ज़्यादा होंगे? अप टू द एज ऑफ 30 मतलब 3, जो बच्चे की उम्र 3 साल तक की हो जाती है, या 3 साल तक की उम्र तक बच्चे का की हो जाता है, शरीरिक विकास की ज़्यादा डिवेलपमेंट होती है। ठीक है, इंपॉर्टेंट क्वेश्चन सी। क्वेश्चन नंबर 25 वट इज़ द मेन फैक्टर अफेक्टिंग परसनैलिटी। एक जो बच्चे का परसनैलिटी मतलब आइडेंटिटी होंगी है, जो परसनैलिटी सब तो ज़्यादा मेन फैक्टर अफेक्ट करता की है, जो सानू 2 चीज़ों तो मिलते हैं, साडी हैरीडिटरी चो भी मिलता है, और सानू जो इन्वायरमेंट तो भी मिलता है, वही साडी परसनैलिटी उत्ते इफैक्ट पाता है। या ईवन कि रिटायरमेंट साडी फैमिली भी आ जाती है, इकनॉमिक कंडीशन भी आ जाती है, इन्वायरमेंट साडे सोशल फैक्टर भी आ जाते हैं। इट मीन अगर मैं गल करा तो जिहड़ी तुहाडी बाकी ऑप्शन ने वो सारे तुहाडे अपने सैकेंड ऑप्शन का की एक तरह का पार्ट है। तो मैं तुहानूं पहला दस्सिया सी जिहड़ा क्वेश्चन तैन बहुत ज़्यादा क्लोज होएगा वही मेरा आंसर होएगा। तो आंसर की है तुहाडे वास्ते हैरीडिटरी एंड इन्वायरमेंटल। ठीक है, ध्यान रखना। नैक्सट है 26 क्वेश्चन वट इज डिटेक्टिव बाय द साइकोलॉजिकल टेस्ट। साइकोलॉजिकल टेस्ट के विच किहड़ी उम्र टेस्ट की जाती है, मतलब कि एक साइको मतलब माइंड की एक टेस्टिंग वास्ते किहड़ी उम्र बेस्ट रखी जाती है। फर्स्ट ऑप्शन है क्रोनोलॉजिकल एज, सैकेंड ऑप्शन है मैंटल एज, जो मेरे वास्ते की बनूगी मेरा आंसर बनेगी, क्योंकि मैंटल एज के असीं मैंटल एबिलिटी की गल करते हैं, लॉजिक की गल करते हैं, थिंकिंग की गल करते हैं, तो वो टेस्ट में असीं किहड़ी एज बोलते हैं, मैंटल एज बोलते हैं। ठीक है बेटे। क्वेश्चन नंबर 27 क्वेश्चन विच की कहता है ग्रोथ इज हाईएस्ट ड्यूरिंग विच ऑफ द फॉलोइंग पीरियड। ये तो ऑलरेडी आप कर चुके हैं। एक बच्चे का विकास होना जो 3 साल तक का विकास है वो किहड़े पीरियड के विच हुंदा है। मैंने उम्र लिखाई सी 0 तो लगे 2 साल की, तो वो पीरियड असीं की बोलते हैं, इन्फेंसी पीरियड बोलते हैं। लेकिन अगर मैं पूछा क्वेश्चन करा जिहड़े बच्चे की इत्थे गल की ग्रोथ की फिजिकल ग्रोथ की, अगर मैं गल करा बच्चे जो दिमाग है माइंड की डिवेलपमेंट कि उम्र तक होंगी है, तो वही उम्र होंगे 14 तो लैके 15 साल तक की। यह ध्यान रखो, पेपर च क्वेश्चन भी पूछ लेंगे ने। नैक्सट है क्वेश्चन नंबर 28 ड्यूरिंग एडोलसेंस। कहना जो बच्चा किशोर अवस्था होंगे
ਤਾਂ ਪਰਸਨਸ ਮੂਵਮੈਂਟ ਇਜ਼ ਅਫੈਕਟਡ ਬਾਏ, ਇੱਕ ਬੱਚੇ ਦੀ ਇੱਕ ਪਰਸਨ ਦੀ ਜਿਹੜੀ ਮੂਵਮੈਂਟ ਹੈ ਕਿਸ ਚੀਜ਼ ਦੇ ਨਾਲ ਤੁਹਾਡੀ ਆਪਣੀ ਕੀ ਇਫੈਕਟ ਕਰਦੀ ਹੈ। ਦਿਮਾਗ ਰੱਖਿਓ, ਯਾਦ ਰੱਖਿਓ ਦਿਮਾਗ ਦੇ ਵਿੱਚ ਐਡੋਲਸੈਂਸ ਪੀਰੀਅਡ ਦੇ ਵਿੱਚ ਬੱਚਾ ਇੱਕ ਕੀ ਬਣ ਜਾਂਦਾ, ਦੂਸਰੇ ਬੰਦੇ ਦਾ ਵਿਰੋਧੀ ਬਣ ਜਾਂਦਾ, ਕੰਪੀਟੀਟਰ ਬਣ ਜਾਂਦਾ। ਜੋ ਚੀਜ਼ਾਂ ਸਾਹਮਣੇ ਵਾਲਾ ਕੰਪੀਟੀਟਰ ਕਰਦਾ ਉਹੀ ਸੇਮ ਚੀਜ਼ਾਂ ਸਾਨੂੰ ਕਰਨੀ ਪੈਂਦੀਆਂ ਨੇ। ਮਤਲਬ ਕਿ ਜਿਹੜੇ ਬੱਚੇ ਦਾ ਇੱਕ ਸਾਹਮਣੇ ਵਾਲਾ ਗਰੁੱਪ ਹੁੰਦਾ ਉਹੀ ਸੇਮ ਇਫੈਕਟ ਸਾਡੇ ਉੱਤੇ ਪੈਂਦਾ। ਉਹਦੇ ਨੇ ਮਾਰਕਸ ਕਿਉਂ ਆਏ, ਮੇਰੇ ਨੇ ਮਾਰਕਸ ਕਿਉਂ ਘਟ ਗਏ, ਉਹ ਨਾ ਕਿਵੇਂ ਪੜ੍ਹਿਆ, ਕਿੱਥੋਂ ਪੜ੍ਹਿਆ, ਉਹ ਸਾਰੀ ਚੀਜ਼ਾਂ ਸਾਡੇ ਉੱਤੇ ਕੀ ਕਰਦੀਆਂ ਨੇ, ਇਫੈਕਟ ਕਰਦੀਆਂ ਨੇ, ਜਿਸ ਕਰਕੇ ਸਾਡੇ ਸਾਈਕੋ ਉੱਤੇ ਵੀ ਕੀ ਪੈਂਦਾ, ਇਫੈਕਟ ਪੈਂਦਾ। ਤਾਂ ਉਸ ਆਨਸਰ ਨੂੰ ਅਸੀਂ ਕੀ ਬੋਲਾਂਗੇ, ਇਕੁਇਵਲੈਂਟ ਗਰੁੱਪ। ਮਤਲਬ ਕਿ ਜੋ ਸਾਡੇ ਵਾਸਤੇ ਸਾਹਮਣੇ ਵਾਲਾ ਬੰਦਾ ਕਰਦਾ ਵੇ ਉਹੀ ਸੇਮ ਚੀਜ਼ ਸਾਡੇ ਦਿਮਾਗ 'ਚ ਆਉਂਦੀ ਹੈ, ਜੋ ਸਾਡੇ ਉੱਤੇ ਕੀ ਪਾਉਂਦੀ ਹੈ, ਇਫੈਕਟ, ਚਾਹੇ ਸਾਡੇ ਵਾਸਤੇ ਉਹ ਪੋਜ਼ਿਟਿਵ ਹੈ, ਚਾਹੇ ਸਾਡੇ ਵਾਸਤੇ ਕੀ ਹੈ, ਨੈਗੇਟਿਵ ਹੈ। Next question number 29. What should the teacher do if the students make a mistake? ਜਦੋਂ ਇੱਕ ਬੱਚਾ ਗਲਤੀ ਕਰਦਾ ਹੈ ਤਾਂ ਉਹ ਇੱਕ ਟੀਚਰ ਨੂੰ ਕਿਹੜੀ ਕਿਹੜੀ ਚੀਜ਼ਾਂ ਠੀਕ ਕਰਨੀ ਪੈਂਦੀਆਂ ਨੇ, ਟੀਚਰ ਦੇ ਕਿਹੜੇ ਕਿਹੜੇ ਕੰਮ ਨੇ ਜੋ ਟੀਚਰ ਨੂੰ ਕਰਨੇ ਪੈਣਗੇ। ਆ ਆਪਸ਼ਨ ਹੈ, ਏ ਆਪਸ਼ਨ ਹੈ ਸ਼ੁੱਡ ਬੀ ਸਕੋਲਡਡ, ਟੀਚਰ ਗੁੱਸਾ ਜਾਂ ਝਿੜਕੇਗਾ ਬੱਚੇ ਨੂੰ, ਸ਼ੁੱਡ ਬੀ ਪੁਨਿਸ਼ਡ, ਸਜ਼ਾ ਦੇਗਾ। ਸੀ ਆਪਸ਼ਨ ਹੈ ਸ਼ੁੱਡ ਕੰਪਲੇਂਟ ਪੇਰੈਂਟਸ, ਆਪਣੇ ਉਹਦੇ ਪੇਰੈਂਟਸ ਨੂੰ ਜਾਂ ਮਾਤਾ ਪਿਤਾ ਨੂੰ ਕੰਪਲੇਂਟ ਕਰੇਗਾ। ਡੀ ਆਪਸ਼ਨ ਸਾਡਾ ਆਨਸਰ ਬਣੇਗੀ ਟੀਚਰ ਦੀ ਮੇਨ ਡਿਊਟੀ ਇਹੀ ਹੁੰਦੀ ਹੈ ਕਿ ਜੋ ਬੱਚਾ ਗਲਤੀ ਕਰਦਾ ਹੈ ਤਾਂ ਟੀਚਰ ਉਸ ਬੱਚੇ ਨੂੰ ਉਸ ਗਲਤੀ ਨੂੰ ਠੀਕ ਕਰਨ ਵਾਸਤੇ ਗਾਈਡ ਕਰੇ ਜਾਂ ਐਡਵਾਈਸ ਕਰੇ। ਮਤਲਬ ਆਨਸਰ ਕੀ ਹੈ, ਗਾਈਡੈਂਸ ਐਂਡ ਐਡਵਾਈਸ ਸ਼ੁੱਡ ਬੀ ਗਿਵਨ। ਕਲੀਅਰ ਹੈ, ਤਾਂ ਕਿ ਜਦੋਂ ਬੱਚੇ ਇੱਕ ਗਲਤੀ ਨੂੰ ਕੀ ਕੀਤਾ ਜਾ ਸਕੇ, ਸੁਧਾਰਿਆ ਜਾ ਸਕੇ। ਕੁਐਸਚਨ ਨੰਬਰ 30, ਵਿਚ ਆਫ ਦੀ ਫੋਲੋਇੰਗ ਇਜ਼ ਨੋਟ ਅ ਕੰਪੀਟੀਟਿਵ ਐਕਟੋਫਾਰਮ। ਮਤਲਬ ਕੀ ਹੈ, ਐਕਟੋਫਾਰਮ ਉੱਪਰ ਗੱਲ ਕਰਕੇ ਆਏ ਸੀ। ਇਹਦੇ ਵਿੱਚ ਜਿਹੜਾ ਇੱਕ ਬੰਦਾ ਹੁੰਦਾ ਜਾਂ ਇੱਕ ਇੰਡੀਵਿਜੂਅਲ ਹੁੰਦਾ ਜਾਂ ਫਿਜ਼ੀਕਲ ਐਥਲੀਟ ਹੁੰਦਾ ਉਹ ਥਿਨ ਤੇ ਸਟ੍ਰੇਟ ਹੁੰਦਾ। ਹੁਣੀ ਕਰਕੇ ਆਏ ਸੀ ਨਾ ਆਪਾਂ, ਠੀਕ ਹੈ। ਥਿਨ ਤੇ ਕੀ ਹੁੰਦਾ, ਸਟ੍ਰੇਟ ਹੁੰਦਾ, ਲੰਬਾ ਹੁੰਦਾ ਤੇ ਪਤਲਾ ਹੁੰਦਾ। ਤਾਂ ਆਪਸ਼ਨ ਦੇ ਅਕੋਰਡਿੰਗ ਫਸਟ ਆਪਸ਼ਨ ਹੈ ਲੌਂਗ ਥਿਨ ਨੈਕ, ਓਬਵੀਅਸ ਹੈ, ਥਿਨ ਤਾਂ ਹੋਊਗਾ ਹੀ ਹੋਊਗਾ। ਉਸ ਤੋਂ ਬਾਅਦ ਲੌਂਗ ਬ੍ਰੈਸਟਡ ਚੈਸਟ, ਮਤਲਬ ਕਿ ਲੰਬੀ ਛਾਤੀ ਹੋਏਗੀ। ਉਸ ਸੀ ਪੁਆਇੰਟ ਹੈ ਸਟਰੋਂਗ ਐਂਡ ਲੌਂਗ ਨੈਕ। ਹੁਣ ਉੱਪਰ ਗੱਲ ਕਰਕੇ ਆਏ ਸੀ ਲੌਂਗ ਥਿਕ ਨੈਕ, ਹੈ ਨਾ। ਸਟਰੋਂਗ ਐਂਡ ਲੌਂਗ ਨੈਕ ਨਹੀਂ ਹੁੰਦੀ, ਇਹ ਧਿਆਨ ਰੱਖਿਓ। ਜੋ ਸਾਡੇ ਵਾਸਤੇ ਆਪਸ਼ਨ ਬਣਦੀ ਸੀ ਉਹਨੇ ਪੁੱਛਿਆ ਸੀ ਨੋਟ, ਜੋ ਨਹੀਂ ਹੈ ਤਾਂ ਆਨਸਰ ਇਹੀ ਹੈ ਸਟਰੋਂਗ ਐਂਡ ਲੌਂਗ ਨੈਕ, ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 31, ਇਨ ਹਾਊ ਮੈਨੀ ਕਲਾਸਿਸ ਡਿਡ ਸਪੈਂਸਰ ਡਿਵਾਈਡ ਦਾ ਪਰਸਨੈਲਿਟੀ। ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਸਪੈਂਸਰ ਨੇ ਜੋ ਤੁਹਾਡੀ ਆਪਣੀ ਸ਼ਖਸੀਅਤ ਹੁੰਦੀ ਹੈ, ਆਈਡੈਂਟਿਟੀ ਹੁੰਦੀ ਹੈ, ਪਰਸਨੈਲਿਟੀ ਹੁੰਦੀ ਹੈ, ਉਹਨੂੰ ਕਿੰਨੀ ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, 6 ਕਲਾਸਿਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਇਹ ਤੁਸੀਂ ਮੇਰੇ ਆਪਣੇ ਲਾਈਵ ਕਲਾਸਿਸ ਦੇ ਵਿੱਚ ਵੀ ਕੀ ਕਰੋਗੇ, ਇੱਕ ਇਹਦੇ ਉੱਤੇ ਬਹੁਤ ਬੜਾ ਲੈਕਚਰ ਹੈ, ਉਹ ਵੀ ਆਪਾਂ ਅਟੈਂਡ ਕਰਾਂਗੇ। ਸਪੈਂਸਰ ਨੇ ਆਪਣੀ ਪਰਸਨੈਲਿਟੀ ਨੂੰ ਕਿੰਨੀ ਚੀਜ਼ਾਂ 'ਚ ਡਿਵਾਈਡ ਕੀਤਾ ਹੋਇਆ ਹੈ। ਤਾਂ ਇਸ ਕਰਕੇ ਕੁਐਸਚਨ ਜ਼ਰੂਰੀ ਸੀ, ਇਸ ਚੀਜ਼ ਨੂੰ ਆਪਣਾ ਸਟਾਰ ਮਾਰਕ ਕਰ ਲੈਣਾ। ਕੁਐਸਚਨ ਬਹੁਤ ਇੰਪੋਰਟੈਂਟ ਹੈ। ਸਪੈਂਸਰ ਨੇ ਪਰਸਨੈਲਿਟੀ ਨੂੰ ਆਪਣੀ ਕਿੰਨੀ ਕਲਾਸਿਸ 'ਚ ਡਿਵਾਈਡ ਕੀਤਾ ਹੋਇਆ ਹੈ, 6 ਕਲਾਸਿਸ ਵਿੱਚ ਉਹਨੂੰ ਡਿਵਾਈਡ ਕੀਤਾ ਹੋਇਆ ਹੈ। ਕੁਐਸਚਨ ਨੰਬਰ 32, ਸਟੈਨਲੇ ਹਾਲ which era is called the period of recurrence of prenatal experience for the human development। ਮਤਲਬ ਕੀ ਹੈ, ਕਿਸ ਯੁੱਗ ਦੇ ਵਿੱਚ, ਕਿਹੜੇ ਯੁੱਗ ਦੇ ਵਿੱਚ ਇੱਕ ਹਿਊਮਨ ਡਿਵੈਲਪਮੈਂਟ ਮਤਲਬ ਮਨੁੱਖੀ ਵਿਕਾਸ ਲਈ ਜਨਮ ਤੋਂ ਪਹਿਲਾਂ, ਪ੍ਰੀਨੈਂਟਲ ਮਤਲਬ ਹੁੰਦਾ ਜਨਮ ਤੋਂ ਪਹਿਲਾਂ ਵਾਲੇ ਅਨੁਭਵਾਂ ਨੂੰ ਕਿਹੜਾ ਦੌਰ ਕਿਹਾ ਜਾਂਦਾ ਹੈ। ਤਾਂ ਓਬਵੀਅਸ ਹੈ ਉਸ ਟਾਈਮ ਦੇ ਵਿੱਚ ਜਦੋਂ ਬੱਚਾ ਛੋਟਾ ਹੁੰਦਾ ਹੈ, ਹਜੇ ਉਹਨੂੰ ਆਉਣ ਵਾਲੀ ਜ਼ਮਾਨੇ ਦਾ ਨਹੀਂ ਪਤਾ, ਆਪਣੇ ਘਰਦਿਆਂ ਦੀ ਜਾਣ ਪਹਿਚਾਣ ਨਹੀਂ ਹੈਗੀ, ਬੱਚਾ ਆਪਣੇ ਆਪ ਦੇ ਵਿੱਚ ਮਸਤ ਹੈ। ਉਸ ਪੀਰੀਅਡ ਨੂੰ ਅਸੀਂ ਕਿਹੜਾ ਪੀਰੀਅਡ ਬੋਲਦੇ ਹਾਂ, ਇਨਫੈਂਸੀ ਪੀਰੀਅਡ। ਹਸਾ ਲਓਗੇ ਤਾਂ ਬੱਚਾ ਹੋਰ ਹੱਸ ਪਊਗਾ, ਜੇ ਬੱਚੇ ਨੂੰ ਕੁਝ ਨਹੀਂ ਦੋਗੇ ਤਾਂ ਬੱਚਾ ਰੋਣ ਲੱਗ ਜਾਊ। ਬੱਚਾ ਆਪਣੇ ਆਪ 'ਚ ਮਸਤ ਹੈ, ਉਸ ਪੀਰੀਅਡ ਨੂੰ ਅਸੀਂ ਕੀ ਬੋਲਦੇ ਹਾਂ, ਇਨਫੈਂਸੀ ਪੀਰੀਅਡ, ਜਿਹਦੀ ਉਮਰ 0 ਤੋਂ ਲੈ ਕੇ 2 ਸਾਲ ਦੀ ਰੱਖੀ ਜਾਂਦੀ ਹੈ। ਕੁਐਸਚਨ ਨੰਬਰ 33, ਵਟ ਇਜ਼ ਦ ਰਿਲੇਸ਼ਨ ਆਫ ਪਰਸਨੈਲਿਟੀ ਇਨ ਫਿਜ਼ੀਕਲ ਐਜੂਕੇਸ਼ਨ। ਇਹ ਆਲਰੇਡੀ ਕੁਐਸਚਨ ਹੋ ਚੁੱਕਿਆ ਸੀ। ਕਹਿੰਦਾ ਪਰਸਨੈਲਿਟੀ ਦਾ ਰਿਲੇਸ਼ਨ ਫਿਜ਼ੀਕਲ ਐਜੂਕੇਸ਼ਨ 'ਚ ਕਿਸ ਤਰ੍ਹਾਂ ਹੁੰਦਾ ਹੈ। ਤਾਂ ਇਟ ਮੀਨ ਧਿਆਨ ਰੱਖਿਓ, ਪਰਸਨੈਲਿਟੀ ਸਾਡੇ ਵਾਸਤੇ ਕਿਹਦਾ ਪਾਰਟ ਹੈ, ਫਿਜ਼ੀਕਲ ਐਜੂਕੇਸ਼ਨ ਦਾ ਪਾਰਟ ਹੈ। ਕਿਉਂਕਿ ਜਿਹੜੀ ਪਰਸਨੈਲਿਟੀ ਹੈ ਉਹ ਕਿਹਨਾਂ ਮਿਲਦੀ ਜੁਲਦੀ ਤੁਹਾਡੀ ਆਪਣੀ ਬੋਡੀ ਦੇ ਪੋਸਚਰ ਦੇ ਨਾਲ, ਬੋਡੀ ਦੀ ਸ਼ੇਪ ਦੇ ਨਾਲ, ਠੀਕ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜੀ ਪਰਸਨੈਲਿਟੀ ਹੈ ਉਹ ਪਾਰਟ ਹੈ, ਕਿਹਦਾ ਪਾਰਟ ਹੈ, ਤੁਹਾਡਾ ਆਪਣਾ ਫਿਜ਼ੀਕਲ ਐਜੂਕੇਸ਼ਨ ਦਾ। ਕੁਐਸਚਨ 'ਚ ਪੁੱਛਿਆ ਗਿਆ ਇਸ ਰਿਲੇਸ਼ਨ ਕੀ ਹੈ, ਤਾਂ ਧਿਆਨ ਰੱਖਿਓ ਪਰਸਨੈਲਿਟੀ ਪਾਰਟ ਹੈ, ਕਿਹਦਾ ਪਾਰਟ ਹੈ, ਤੁਹਾਡੇ ਆਪਣੇ ਫਿਜ਼ੀਕਲ ਐਜੂਕੇਸ਼ਨ ਦਾ। ਇਟ ਮੀਨ ਕਿ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਇੰਪੋਰਟੈਂਟ ਹੈ, ਪਾਰਟ ਵੀ ਹੈ, ਉਹ ਇਸ ਚੀਜ਼ ਦੇ ਨਾਲ ਰਿਲੇਟ ਵੀ ਕਰਦੀ ਹੈ, ਠੀਕ ਹੈ ਜੀ। ਇਹ ਕੁਐਸਚਨ ਪੁੱਛਦਾ ਸੀ ਕਿਹਦੇ ਨਾਲ, ਕਿ ਜਿਹੜੀ ਪਰਸਨੈਲਿਟੀ ਹੈ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਕਿਸ ਤਰ੍ਹਾਂ ਦੀ ਰਿਲੇਸ਼ਨ ਰੱਖਦੀ ਹੈ, ਤੇ ਧਿਆਨ ਰੱਖਿਓ ਪਾਰਟ ਹੈ ਉਸ ਚੀਜ਼ ਦਾ। ਨੈਕਸਟ ਹੈ ਕੁਐਸਚਨ ਨੰਬਰ 34, ਫਿਜ਼ੀਕਲ ਕਮਿਊਨੀਕੇਸ਼ਨ ਐਕਟੀਵਿਟੀ ਕਲਾਸਿਸ ਆਰ ਬੈਟਰ organized by whom to use। ਕਿਹਨਾਂ ਦੁਆਰਾ ਯੂਜ਼ ਕੀਤੀ ਜਾਂਦੀ ਹੈ,
किस तरीके नाल रखी जाती है। ध्यान रखना, जिमें साडा शरीर उम्र के अकॉर्डिंग वधदा है, फूलदा है, या फिर ढलदा है, या फिर उसके अकॉर्डिंग अपने अडप्ट करता है, उवें एक एक्टिविटी की जिहड़ी क्लासिस होंदियां ने वो भी एक रैंक के अकॉर्डिंग चलदियां ने। हुण मैं उत्थे गल कीती है रैंक, और रैंक साडे पास 1 2 3 भी हो सकता है। मतलब कि जो चीज़ां साडे पास किस च रखी गई ने, ऑर्डर वाइज रखी गई ने, उन्होंने असीं की बोलते हैं, एक्टिविटी क्लासिस बोलते हैं। ठीक है जी। नैक्सट क्वेश्चन नंबर 35, एडवर्ड थॉर्नब्राइट इज 12 दीज लाज। ठीक है, इन्होंने 3 ला दिते सी। उस ला नूं असीं किहड़ा लॉ बोलते हैं? लर्निंग लॉ बोलते हैं। और विच लॉ ऑफ इफैक्ट आ गया, लॉ ऑफ एक्सरसाइज आ गया। ठीक है, ये ध्यान रखना, पेपर के अकॉर्डिंग मैंने थोड़े अपनी लास्ट क्लासिस में की किया कंप्लीट किया सीगा। नैक्सट आओ, सेटोफॉर्मिक हार्मोन कंट्रोल्स, मतलब की है एक तरह हारमोनस ने। तुसीं ना थोड़े सिलेबस के अकॉर्डिंग, अगर मैं पिछले सिलेबस चैक करा तो सिलेबस के अकॉर्डिंग 3-4 चीज़ां आई भी ने। मस्कुलर की होंदे ने, एक्टिविटी की होंदी है, ठीक है, रेस्पिरेटरी सिस्टम्स की होंदा है, डाइजेस्टिव सिस्टम की होंदा है, और किस चीज़ का नाम है सेटोट्रोफिक हार्मोन्स की किनू कंट्रोल करते हैं। ठीक है, तो ये तुहानूं करवाऊंगा। तो ऑप्शन है बॉडी की ग्रोथ उत्ते कंप्लीट कंट्रोल किया जाता है, जो मेरा आंसर बनता है। बॉडी फिजिकल एक्टिविटी, मैटाबॉलिक एक्टिविटी, या फिर हार्ट या दिल की गल की गई है। तो ध्यान रखिए ऑप्शन फर्स्ट बनती है, और कंट्रोल करते बॉडी ग्रोथ नूं, मतलब बॉडी ग्रोथ नूं उत्थे ही रोक दिंदी है उम्र के अकॉर्डिंग। नैक्सट है क्वेश्चन नंबर 37, करैक्टराइजेशन ऑफ एंडोफॉर्म। हुण एंडोफॉर्म दे विच ਜਿਹੜੀ एक विशेषता दसी वो कादी विशेषता है मेन जो क्वेश्चन के अकॉर्डिंग मिलती है। वैसे सारी मिलती होंगियां, जो बहुत ज़्यादा की होएगी क्लोज्ड मन होएगी, बहुत ज़्यादा नेड़े होएगी उस चीज़ की गल की गई इस चीज़ के विच। तो ऑप्शन नंबर साडी बी ही बनती है, रिलैक्सड एंड फैट। कारण की है क्योंकि ये एंडोफॉर्म के जो एक बच्चा होंदा है, एक बेस्ट एथलीट होंदा है, और साडे वास्ते की होंदा है, मतलब कि पतला तो होंदा है, चर्बी वाला नहीं होंदा, ज़्यादा हैवी नहीं होंदा। ठीक है, नेक्स्ट आओ, नेक्स्ट क्वेश्चन है क्वेश्चन नंबर 38, विच पर्सन डिस्क्राइब साइकोलॉजी एज द स्टडी ऑफ प्रोसेसेस ऑफ इंडिविजुअल इन द कंटेक्सट ऑफ इन्वायरमेंट। मतलब की है साइकोलॉजी मतलब होंदा है एक बंदे का मनोविज्ञानिक। ठीक है, एक साइकोलॉजिकल जिहड़ी हुंदी है वो तुहाडे अपने इन्वायरमेंट का पार्ट है, जिहदे विच असीं गल कीती गई है कि जिहड़ी एक इंडिविजुअल की प्रोसैस है उस दी स्टडी किमें की जा सकती है, या स्टडी इन्वायरमेंट के विच रह के की जा सकती है, या साइकोलॉजिकल दी जिहड़ी नीड है और इन्वायरमेंट की नीड दे विच पूरी की जा सकती है। ये किन्ने द्वारा की गई सी? ऑप्शन है फर्स्ट वुडवर्थ, सेकंड है विलियम जेम्स, सी है वैटसन, और थर्ड डी ऑप्शन है रॉबर्ट सिंगर। ये ध्यान रखियो। ठीक है, ये आप थ्योरीज करनिया ने। थोड़ा टॉपिक बनता है मॉडर्न इंट्रोडक्शन ऑफ फिजिकल एजुकेशन, और कुछ थ्योरीज ने, और थ्योरीज की आप गल करांगे लाइव लैक्चर दे विच। ठीक है, उस तो बाद किन्ने द्वारा कहे गए सी? विलियम जेम्स द्वारा कहे गए सी। क्वेश्चन नंबर 39, फॉर वट वाज द एब्रीविएशंस नैश। ये ध्यान रखना, बहुत इंपॉर्टेंट टॉपिक है। ठीक है, नैश यूज्ड द ह्यूमन बिहेवियर मैथड डिवेलप बाय द मैकनरड। मैकनरड द्वारा जिहड़ा मैथड यूज किया गया सी ह्यूमन बिहेवियर वास्ते, वो एब्रीविएशन नैश है की है। ठीक है, मतलब की है इस ऑप्शन ए ही है, ड्राइव टू अचीव, कुछ चीज़ को प्राप्त करने की, मतलब कि ड्राइव होंदा है अंदर साडे वास्ते, स्किल्स होंदियां ने, कुछ ड्राइविंग स्किल्स होंदियां ने, उसनू प्राप्त करना, उस चीज़ को प्राप्त करने वास्ते मोटिवेट होना। ठीक है, उस चीज़ में की बोलते नैश, मतलब कि नैश का मतलब की है ड्राइव टू अचीव। बाकी ऑप्शन भी ने तुहाडे सामने, फर्स्ट ऑप्शन साडा आंसर बनता है ड्राइव टू अचीव। ठीक है जी, नैक्सट आओ, अगला ऑप्शन तुहाडा ये भी बनता है ड्राइव टू अचीव, जिहदे आप गल की सी। ऑप्शन होर भी बहुत बनदियां ने, जिवें कि सैकेंड ऑप्शन है नीड फॉर वर्क, सी ऑप्शन है इंटेंस ड्राइव, डी ऑप्शन है इंस्पायर। कोई ऑप्शन बनी कि नैश के अकॉर्डिंग पेपर च पूछ लेंदे ने, साडे वास्ते की है वो ड्राइव टू अचीव। नैक्सट क्वेश्चन है क्वेश्चन नंबर 40, हू अमंग फ्लोइंग, जिहदे विच आपां गल करांगे कुछ डेफिनेशन की, मतलब कुछ एक डेफिनेशन है वो किन्ना द्वारा डिफाइन की गई सी। साइकोलॉजी एज सेइंग दैट स्टडिंग द बिहेवियर, एक बिहेवियर की स्टडी करना, रिलेशनशिप की स्टडी करना, ह्यूमन बीइंग्स रिलेशन की स्टडी करना, साइकोलॉजी के विच की चीज़ है वो, ये किन्ना द्वारा कही गई सी। हुण ध्यान रखियो, इत्थे एक ट्रिक है, गल की दो चीज़ों की, स्टडिंग द बिहेवियर फर्स्ट, सैकेंड है ह्यूमन बीइंग द रिलेशनशिप साइकोलॉजी के विच।
ठीक है, दो चीज़ों की गल की गई है। तो ध्यान रखियो दो चीज़ां ते दो बंदे द्वारा की गई सी, क्रो एंड क्रो। दो चीज़ां दो बंदे द्वारा, क्रो एंड क्रो। क्वेश्चन नंबर 40 के अकॉर्डिंग साडी किहड़ी ऑप्शन बनेगी, तुहाडी अपनी डी ऑप्शन इहदे विच की करेगी, लाइक करेगी। ठीक है जी। नेक्स्ट क्वेश्चन है तुहाडे सामने, जो क्वेश्चन नंबर 41 है। कहंदा की है, विच साइकोलॉजिस्ट हैज़ डिफाइंड स्टिमुलेशन इन द टर्म्स ऑफ फिजिकल प्रेशर। मतलब की है, एक मनोविग्यानिक ਦੇ ਵਿੱਚ ਅਸੀਂ ਕਿਹੜੀ ਚੀਜ਼ਾਂ ਨੂੰ ਦੇਖਦੇ ਹਾਂ ਜਾਂ ਦੱਸਿਆ ਜਾਂਦਾ ਹੈ ਜਾਂ ਇੰਟਰੋਡਕਸ਼ਨ ਕੀਤਾ ਜਾਂਦਾ ਹੈ, ਸਟਿਮੂਲੇਸ਼ਨ ਕੀਤੀ ਜਾਂਦੀ ਹੈ। ਤਾਂ ਤਿੰਨ ਚੀਜ਼ਾਂ ਕਿਹੜੀਆਂ ਨੇ? ਫਿਜ਼ੀਕਲ ਪ੍ਰੈਸ਼ਰ, ਸੈਕਿੰਡ ਹੈ ਮਕੈਨੀਕਲ ਪ੍ਰੈਸ਼ਰ, ਥਰਡ ਹੈ ਤੁਹਾਡਾ ਆਪਣਾ ਸਾਊਂਡ। ਕਿਹਨਾਂ ਦੁਆਰਾ ਦੱਸਿਆ ਗਿਆ ਸੀ? ਵੀ ਸਾਈਕੋਲੋਜਿਸਟ ਕਿਹਨਾਂ ਦੁਆਰਾ ਦੱਸਿਆ ਗਿਆ ਸੀ? ਕਿਹੜੇ ਮਨੋਵਿਗਿਆਨਿਕ ਦੁਆਰਾ ਦੱਸਿਆ ਗਿਆ ਸੀ? ਤਾਂ ਆਨਸਰ ਹੈ ਸਾਡੇ ਵਾਸਤੇ ਹਲ। ਠੀਕ ਹੈ, ਜੋ क्वेश्चन जवाब कट के दिखाते हैं उस चीज़ असीं की बोलते हैं, उन्होंने नाम तो ही है, उन्होंने असीं की बोलते हैं, हल बोलते हैं। ठीक है जी। क्वेश्चन नंबर 42, वैसे तो ये 41 के क्वेश्चन के ऑप्शन बहुत ने, पर पजल नहीं होना, नाम तो जाना हल ते, जो सानू डिफाइन करके दिखाते हैं या फिर सोल्व करके दिखाते हैं, उन्होंने नाम की है, साइकोलॉजिस्ट का नाम की है, हल। क्वेश्चन नंबर 42, प्रैक्टिकल साइंस एंड मैंटल प्रोसेसिस आर नोन। मतलब की है, इतने गल की गई है प्रैक्टिकल साइंस की और मैंटली दी, तो ऑब्वियस है माइंड से रिलेटेड है। तो आंसर की बनेगा थोड़ा अपना साइकोलॉजी। बाकी ऑप्शन तो लाई नहीं कर दिया, बायोमैकेनिज्म, ठीक है, फिजियोलॉजी, सोशियोलॉजी, एक ही गल है जो साढ़े वास्ते की है, साइकोलॉजी। क्वेश्चन नंबर 43, विच क्वालिफिकेशन ऑफ द इंडिविजुअल इज आउटलाइन द पर्पस एक्सप्लेनेटरी एंड इंटैक्चुअल डिवेलपमेंट ऑफ फिजिकल एजुकेशन। फिजिकल एजुकेशन के डिवेलपमेंट के विच जो एक्सप्लेनेशन की जाती है या फिर इंटैक्चुअल पार्ट की गल की जाती है, वो साढ़े वास्ते की है। तो ध्यान रखियो दो चीज़ां ने, एक्सप्लेन भी करना, इंटैक्चुअल वे ने सोचना भी है। तो ऑप्शन की बनूगा जिस असीं दिमाग की गल करांगे, तो ऑप्शन एक ही बनेगी जो साढ़े वास्ते की है, सी ऑप्शन है। एबिलिटी टू थिंक प्रॉपरली, चंगे तरीके उस चीज़ का सोच विचार करना, एंड सॉल्व प्रॉब्लम, और क्वेश्चन को की कर देना, सोल्व कर देना। तो उसने की बोलते हैं, एक्सप्लेनेशन भी बोलते हैं, मतलब चीज़ को चंगे तरीके से सीखना और देखना और समझना, लर्निंग करना, उसने असीं की बोलते हैं, साइकोलॉजी बोलते हैं। ठीक है बेटे। नैक्सट है क्वेश्चन नंबर 44, रिलेटिव परमानेंट चेंज। हुण इत्थे गल कीती गई है एक परमानेंट चेंज की, एक ही चीज़ सानूं दिंदी है परमानेंट चेंज, जो साडे वास्ते पूरे परमानेंट दे विच स्थाई तौर पर साडे विच तब्दीली लैके आती है। वो चीज़ असीं की बोलते हैं, परसनैलिटी बोलते हैं। परसनैलिटी के नाल हट के एक चीज़ आती है जो साडे वास्ते की लर्निंग है, उस एक्सपीरियंस नूं असीं की बोलते हैं। लाइक मेरा आंसर ही बनता है लर्निंग, जो सानूं सारा कुछ सारी उम्र सिखाती है, कंटिन्यू टिल डेथ तक असीं सिखते जाते हैं। उस कंसैप्ट नूं, उस एक्सपीरियंस नूं, उस डेफिनेशन नूं की कहा जाता है, लर्निंग कहा जाता है। ठीक है बेटे। नैक्सट आओ क्वेश्चन नंबर 45। हुण इत्थे एक एग्जाम्पल दित्ती हुई है, ठीक है, और ध्यान रखियो की है। लाइक क्वेश्चन ही लगा लो, कंडीशन लगा लो, केस लगा लो। यू कैन टेक अ हॉर्स टू वाटर, तुसीं एक घोड़े नूं पानी तक लेके चले जाते हो, बट नॉट टू फोर्स हिम टू ड्रिंक वाटर, पर तुसीं उहदे नाल धक्का नहीं कर सकदे तू पानी पी। मतलब की पता घोड़े का पानी पीने का जी ना होवे, ठीक है, या फिर उन्हें प्यास ना होवे, तो तुसीं उन्हें फोर्स नहीं कर सकते। ये जो रूल है वो किहनां रिलेट करता है? तो डी ऑप्शन है लॉ ऑफ कोऑपरेटिव चेंज, लॉ ऑफ होमोजेनिटी, लॉ ऑफ डिमांड, लॉ माइंड, तो ए ऑप्शन है लॉ ऑफ रिडीनेस। मतलब तुमने मेरे नाल तीन चीज़ां पढ़ियां सी लर्निंग दे विच, आपां लास्ट 5th वीडियो दे विच करके आए सीगे। साने तीन इफैक्ट पढ़े सी, लॉ पढ़े सी, लॉ ऑफ इफैक्ट, लॉ ऑफ रिडीनेस, ठीक है। इस चीज़ की गल की सी, लॉ ऑफ सैटिस्फैक्शन, डिससैटिस्फैक्शन की आपां गल की सी। तो इस लॉ के विच एक ही लॉ जो साडे क्वेश्चन के अकॉर्डिंग बहुत ज़्यादा क्लोज्ड है, वो साडे वास्ते किहड़ा है, लॉ ऑफ रिडीनेस है। ठीक है जी। नैक्सट आओ क्वेश्चन नंबर 46, यूजिंग टीचिंग एड। हुण फिजिकल एजुकेशन है तो टीचिंग एड तो आऊगी। कहता टीचिंग एड हुंदी की है, लाइव थोड़े सामने लाइव क्लासेस लग रही ने, ठीक है, तो साडे वास्ते वो PDF भी दिंदे पे ने, ठीक है, लाइव क्लासेस पढ़ा भी रहे हैं सानू। उस तो बाद तुहानूं ऑनलाइन सबजैक्ट प्रोवाइड किए जा रहे हैं, ठीक है, ऑनलाइन क्लासेस दी जा रही ने। इत्थे असीं चौक भी यूज़ करते हैं, ठीक है, लाइक साडे पास पैन या पेंसिल्स भी होंगे ने, असीं वो भी चीज़ां यूज़ करते हैं। लाइक थोड़े सामने स्मार्ट क्लासेस अटेंड की जाती ने, पिक्चराइजेशन वाइज द्वारा दिखाया जाता है, पिक्चर्स यूज़ की जाती हैं। सारे एड्स में असीं किहड़ा एड्स बोलते हैं, टीचिंग एड बोलते हैं।
ਤੇ ਕਾਹਦੇ ਵਾਸਤੇ ਕੀਤਾ ਜਾਂਦਾ ਤਾਂ ਕਿ ਇੱਕ ਲਰਨਰ ਦੀ ਲਰਨਿੰਗ ਨੂੰ ਕੀ ਬਣਾਇਆ ਜਾ ਸਕੇ, ਇਫੈਕਟਿਵ ਬਣਾਇਆ ਜਾ ਸਕੇ। ਜਿਵੇਂ ਕਿ ਆਨਸਰ ਹੈ ਟੀਚਿੰਗ ਬਿਕਮ ਇਫੈਕਟਿਵ, ਇੱਕ ਪੜ੍ਹਨ ਵਾਲੀ ਚੀਜ਼ ਨੂੰ ਇਫੈਕਟਿਵ ਬਣਾਇਆ ਜਾ ਸਕੇ ਤਾਂ ਕਿ ਇੱਕ ਲਰਨਰ ਚੰਗੇ ਤਰੀਕੇ ਨਾਲ ਸਿੱਖ ਸਕੇ ਔਰ ਇੱਕ ਟੀਚਰ ਚੰਗੇ ਤਰੀਕੇ ਨਾਲ ਕੀ ਕਰ ਸਕੇ, ਪੜ੍ਹਾ ਸਕੇ। ਠੀਕ ਹੈ ਜੀ। ਕੁਐਸਚਨ ਨੰਬਰ 47 ਚ ਕੀ ਕਹਿੰਦਾ ਹੈ, ਲਰਨਿੰਗ ਆਫ ਫਿਜ਼ੀਕਲ ਸਕਿੱਲਸ ਬਿਲੋਂਗਸ ਟੂ, ਮਤਲਬ ਇੱਕ ਫਿਜ਼ੀਕਲ ਸਕਿੱਲਸ ਦਾ ਮਤਲਬ ਹੁੰਦਾ ਹੈ ਤੁਹਾਡੇ ਆਪਣੇ ਸਿੱਖਣ ਦੇ ਤਰੀਕੇ ਨੂੰ ਠੀਕ ਤਰ੍ਹਾਂ ਮਤਲਬ ਸਿੱਖਣਾ, ਉਹ ਕਿਸ ਚੀਜ਼ ਨਾਲ ਤੁਹਾਡੀ ਕੀ ਕਰਦਾ, ਬਿਲੋਂਗਸ ਕਰ ਮਤਲਬ ਸੰਬੰਧ ਰਹਿੰਦਾ ਹੈ। ਫਸਟ ਪੁਆਇੰਟ ਹੈ ਕੋਗਨੀਟਿਵ ਲਰਨਿੰਗ, ਸਿੱਖਣਾ ਹੀ ਹੈ ਤਾਂ ਇਟ ਮੀਨ ਕਿ ਕੋਗਨੀਟਿਵ ਵੀ ਹੋਏਗਾ, ਕੋਈ ਨਾ ਕੋਈ ਕੋਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਵੀ ਦੇ ਕੇ ਜਾਏਗਾ, ਮੋਟਰ ਲੋ ਨਾਲ ਰਿਲੇਟ ਵੀ ਕਰਦਾ ਹੈ। ਮਤਲਬ ਤਿੰਨੋਂ ਚੀਜ਼ਾਂ ਦੇ ਅਕੋਰਡਿੰਗ ਸਾਡਾ ਜਿਹੜਾ ਆਨਸਰ ਬਣੇਗਾ ਉਹ ਆਨਸਰ ਕੀ ਹੈ, ਆਲ ਆਫ ਅਬਵ ਬਣੇਗਾ। ਠੀਕ ਹੈ ਜੀ। ਕੁਐਸਚਨ ਨੰਬਰ 48 ਦੇਖੋ ਕੀ ਕਹਿੰਦਾ ਇਹਦੇ ਵਿੱਚ, ਦਾ ਹੋਲਿਸਟਿਕ ਪ੍ਰੋਗਰਾਮ ਆਫ ਫਿਜ਼ੀਕਲ ਐਜੂਕੇਸ਼ਨ, ਇੱਕ ਬੱਚੇ ਦਾ ਸਰਵਪੱਖੀ ਵਿਕਾਸ ਹੋਣਾ। ਠੀਕ ਹੈ। ਆ ਫਿਜ਼ੀਕਲ ਐਜੂਕੇਸ਼ਨ ਕਿੱਥੇ ਹੋਏਗਾ ਤਾਂ ਓਬਵੀਅਸ ਨਾ ਕਾਲਜ 'ਚ ਹੁੰਦਾ, ਨਾ ਬੜੇ ਇੰਸਟੀਟਿਊਸ਼ਨਸ ਹੁੰਦਾ। ਜਿਹੜਾ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਫਿਜ਼ੀਕਲ ਦੇ ਵਿੱਚ ਉਹ ਕਿੱਥੇ ਸੈੱਟ ਬੈਠਦਾ ਜਾ ਕੇ, ਸਕੂਲ ਲੈਵਲ ਦੇ ਉੱਤੇ। ਸਕੂਲ ਲੈਵਲ 'ਤੇ ਬੱਚਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਪਰਫੈਕਟ ਹੁੰਦਾ ਤਾਂ ਆਨਸਰ ਬਣਦਾ ਇਨ ਚਿਲਡਰਨ ਸਕੂਲ ਐਕਸਪੀਰੀਅੰਸ, ਸਕੂਲ ਦੀ ਅਨੁਭਵ ਹੀ ਬੱਚੇ ਨੂੰ ਕੀ ਬਣਾਉਂਦਾ, ਇੱਕ ਹੋਲਿਸਟਿਕ ਪ੍ਰੋਗਰਾਮ ਦੇ ਨਾਲ ਰਿਲੇਟ ਕਰ ਦਿੰਦਾ। ਠੀਕ ਹੈ ਬੇਟੇ। ਨੈਕਸਟ ਆਓ ਕੁਐਸਚਨ ਨੰਬਰ 49, ਲਾਸਟ ਕੁਐਸਚਨ ਹੈ, ਵਟ ਇਜ਼ ਦ ਬੈਸਟ ਵੇ ਟੂ ਲਰਨ ਔਨ ਯਰ ਓਨ, ਤੁਸੀਂ ਆਪਣੇ ਤਰੀਕੇ ਦੇ ਨਾਲ ਜਾਂ ਤੁਸੀਂ ਆਪਣੇ ਤਰੀਕੇ ਦੇ ਅਕੋਰਡਿੰਗ ਕਿਸ ਤਰ੍ਹਾਂ ਬੈਟਰ ਸਿੱਖਦੇ ਹੋ। ਲੈਕਚਰ ਮੈਥਡ ਦੇ ਅਕੋਰਡਿੰਗ, ਲੈਕਚਰ ਹਮੇਸ਼ਾ ਸਾਨੂੰ ਕੀ ਦਿੰਦਾ, ਇੱਕ ਮਤਲਬ ਥਿਓਰੈਟੀਕਲ ਪੋਰਸ਼ਨ ਦਿੰਦਾ, ਪ੍ਰੈਕਟੀਕਲ ਨਹੀਂ ਦਿੰਦਾ। ਟਾਸਕ ਮੈਥਡ ਸਾਨੂੰ ਪ੍ਰੈਕਟੀਕਲ ਦਿੰਦਾ, ਥਿਓਰੈਟੀਕਲ ਨਹੀਂ ਦਿੰਦਾ। ਡਿਸਪਲੇ ਮੈਥਡ ਸਿਰਫ ਸਾਨੂੰ ਦੱਸੂਗਾ ਕਿਵੇਂ ਕਰਨਾ ਹੈ, ਲੇਕਿਨ ਆਬਜ਼ਰਵੇਸ਼ਨ ਜਿਹੜਾ ਮੈਥਡ ਹੁੰਦਾ ਉਹ ਉਹਦੇ ਵਿੱਚ ਅਸੀਂ ਸਿੱਖਦੇ ਵੀ ਹਾਂ, ਉਹ ਖੁਦ ਕਰਕੇ ਵੀ ਦਿਖਾਉਂਦੇ ਹਾਂ। ਤਾਂ ਬੈਸਟ ਵੇ ਕੀ ਹੈ, ਆਬਜ਼ਰਵੇਸ਼ਨ ਮੈਥਡ ਹੈ ਜਿਸ 'ਚ ਅਸੀਂ ਕੀ ਕਰਦੇ ਵਧੀਆ ਚੀਜ਼ ਨੂੰ ਸਿੱਖਦੇ ਹਾਂ, ਆਈ ਮੀਨ ਟੂ ਲਰਨ ਕਰਦੇ ਹਾਂ। ਠੀਕ ਹੈ ਜੀ। ਕਲੀਅਰ ਹੈ ਬੇਟੇ। ਹਾਂਜੀ, ਇਹ ਕੁਐਸਚਨ ਸੀ ਤੁਹਾਡੇ ਆਪਣੇ ਸਾਈਕੋਲੋਜੀ ਦੇ। ਅਗਰ ਕੋਈ ਵੀ ਡਾਊਟ ਹੈ ਤਾਂ ਆਪਣਾ ਕੋਈ ਵੀ ਡਾਊਟ ਕਲੀਅਰ ਕਰਨਾ ਹੈ ਜਾਂ ਤੁਸੀਂ ਸਾਡੀ ਲਾਈਵ ਕਲਾਸਿਸ ਨੂੰ ਬਾਏ ਕਰਨਾ ਹੈ ਤਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਨੂੰ ਤੁਸੀਂ ਪਰਚੇਜ਼ ਕਰ ਸਕਦੇ ਹੋ, ਬਾਏ ਕਰ ਸਕਦੇ ਹੋ, ਜਿਹਦੀ ਇੱਕ ਨੋਮੀਨਲ ਫੀਸ ਰੱਖੀ ਹੋਈ ਹੈ। ਉਹ ਫੀਸ ਹੈ ਸਾਡੀ ਆਪਣੀ 2500। ਜੇ ਤੁਹਾਨੂੰ ਸਾਰੇ ਟੌਪਿਕਸ ਮਿਲਣਗੇ, ਲਾਈਵ ਕਲਾਸਿਸ ਮਿਲਣਗੇ, ਰਿਕਾਰਡਡ ਲੈਕਚਰਸ ਵੀ ਮਿਲਣਗੇ। ਠੀਕ ਹੈ। ਅਗਰ ਫਿਰ ਵੀ ਕੋਈ ਡਾਊਟ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਹੈ ਔਰ WhatsApp ਗਰੁੱਪ ਫਿਜ਼ੀਕਲ ਦੇ ਵਾਲਿਆਂ ਦਾ ਬੱਚਿਆਂ ਦਾ ਅਲੱਗ ਬਣਾ ਰੱਖਿਆ ਹੈ, ਤਾਂ ਤੁਸੀਂ ਇਸ ਗਰੁੱਪ ਦੇ ਉੱਤੇ ਆਪਣੇ ਆਪ ਨੂੰ ਜੁਆਇਨ ਕਰ ਸਕਦੇ ਹੋ। ਜਾਂ ਫਿਰ ਕੋਈ ਵੀ ਡਾਊਟ ਹੈ ਤੇ ਕੰਟੈਕਟ ਨੰਬਰ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਕਲੀਅਰ ਕਰ ਸਕਦੇ ਹੋ। ਕੰਟੈਕਟ ਨੰਬਰ ਹੈ 9646810103। ਥੈਂਕ ਯੂ ਸੋ ਮਚ।